ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. JB ਟਰੱਕ ਰਿਪੇਅਰ, ਯੂਬਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫ੍ਰੀਟਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੀਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਤਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਕਿ ਦੇਸ਼ ਦੇ ਵਿੱਚ ਕੋਈ ਮਹਾਂਮਾਰੀ ਐਡੇ ਵੱਡੇ ਤਰੀਕੇ ਨਾਲ ਆਊਗੀ। ਬੇਵੱਸ ਜਿਹਾ ਹੋ ਗਿਆ ਦੇਸ਼। ਦੇਸ਼ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਆਪਣੇ ਘਰਾਂ ਦੀ ਪਈ ਹੈ, ਮੇਰਾ ਘਰ ਛੇਤੀ ਬਣ ਜੇ, ਪਾਰਲੀਮੈਂਟ ਛੇਤੀ ਬਣ ਜੇ। ਸ਼ਾਇਦ ਇੱਕ ਕਮਰਾ ਆਮ ਸਧਾਰਨ ਪਰਿਵਾਰ ਦਾ 1 ਲੱਖ 'ਚ ਬਣਦਾ ਹੈ ਅਤੇ 30 ਕਮਰਿਆਂ ਦਾ ਇੱਕ ਪਲਾਂਟ ਲੱਗ ਜਾਂਦਾ ਜੀ ਆਕਸੀਜਨ ਦਾ, ਜੇ ਆਪਾਂ 2 ਨੰਬਰ 'ਚ ਵੀ ਲਾਈਏ ਤਾਂ। ਖਿੱਚ ਤੂੰ ਕਰਕੇ ਰਿਕਾਰਡ ਤੋੜ ਦਿੱਤਾ ਹੈ ਕਰੋਨਾ ਨੇ ਜੀ। ਮੌਤਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ। ਬਿਲਕੁਲ, ਜਿਹੜਾ ਨਵਾਂ ਰਿਕਾਰਡ ਹੈ ਇੱਕ ਦਿਨ ਦਾ ਜੀ, ਉਹ 4,12,262 ਹੈ। ਬੱਲੇ ਬੱਲੇ। ਤੇ ਜੇ ਆਪਾਂ ਕੁੱਲ ਦੇਖੀਏ ਪੀੜਤਾਂ ਦੀ ਗਿਣਤੀ, ਉਹ ਹੈ 2,10,00,000 ਜੀ 77,410 ਜੀ। ਇੱਕ ਦਿਨ ਦੇ ਵਿੱਚ ਮੌਤਾਂ ਦੀ ਗਿਣਤੀ ਹੈ 3980 ਜੀ।
ਤੇ ਜੇ ਟੋਟਲ ਮੌਤਾਂ ਦੇਖੀਏ ਆਪਾਂ ਹੁਣ ਤੱਕ ਤਾਂ ਉਹ ਹੋ ਗਈਆਂ 2,30,168। ਜੀ। ਇਹ ਮੋਟੇ ਜਿਹੇ ਅੰਕੜੇ ਹੈ ਜਿਹੜੇ ਸਰਕਾਰ ਨੇ ਦਿੱਤੇ ਹੈ, ਸਰਕਾਰੀ ਅਦਾਰਿਆਂ ਦੇ। ਕੀ ਇਹ ਅੰਕੜੇ ਠੀਕ ਹੈ? ਇਹ ਤੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ, ਕਿਉਂਕਿ ਬਹੁਤ ਸਾਰੇ ਕੇਸ ਅਜਿਹੇ ਹੁੰਦੇ ਆ ਜਿਹੜੇ ਕੇਸ ਰਿਕਾਰਡ 'ਚ ਨਹੀਂ ਆਉਂਦੇ। ਜੀ। ਜਿਹੜੇ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਲੋਕ ਹੈ, ਬਿਮਾਰ ਹੋ ਜਾਂਦੇ ਆ, ਉਹਨਾਂ ਨੂੰ ਕਿਸੇ ਹਸਪਤਾਲ ਲਿਜਾਣ ਦੀ ਲੋੜ ਹੁੰਦੀ ਹੈ, ਲੇਕਿਨ ਪਰਿਵਾਰ ਲਿਜਾਣ ਦੇ ਸਮਰੱਥ ਨਹੀਂ ਹੁੰਦਾ। ਜੀ। ਹੁਣ ਤਾਂ ਹਾਲਾਤ ਇਹ ਬਣੇ ਪਏ ਆ ਕਿ ਜੇ ਤੁਸੀਂ ਆਮ ਬਿਮਾਰ ਹੋ ਜਾਓ, ਤੁਹਾਡੇ ਪੇਟ 'ਚ ਦਰਦ ਹੋ ਜਾਏ, ਤੁਹਾਨੂੰ ਸਧਾਰਨ ਬੁਖਾਰ ਹੋ ਜਾਏ, ਜੀ, ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਆ ਜਾਏ, ਤੁਸੀਂ ਕਿਸੇ ਵੀ ਹਸਪੀਟਲ ਜਾਓ, ਤੁਹਾਨੂੰ ਹਸਪੀਟਲ ਦੇ ਵਿੱਚ ਕੋਈ ਅਟੈਂਡ ਕਰਨ ਵਾਲਾ ਨਹੀਂ ਮਿਲੂਗਾ। ਜੀ। ਕਿਉਂਕਿ ਜਿੰਨੇ ਪ੍ਰਾਈਵੇਟ ਹਸਪਤਾਲ ਹੈ, ਪ੍ਰਾਈਵੇਟ ਹਸਪਤਾਲਾਂ ਨੇ ਆਪੋ ਆਪਣੀਆਂ ਦੁਕਾਨਾਂ ਵਾਲਾ ਜਿਹੜਾ ਸਿਸਟਮ ਆ ਉਹ ਚਾਲੂ ਕੀਤਾ ਹੋਇਆ। ਕਰੋਨਾ ਦੇ ਨਾਂ ਥੱਲੇ, ਜੀ, ਬੈੱਡਾਂ ਦੇ ਨਾਂ ਥੱਲੇ ਮੋਟੀ ਕਮਾਈ ਹੋ ਰਹੀ ਹੈ। ਜੇ ਕੋਈ ਮਾੜਾ ਮੋਟਾ ਹੈ ਵੀ ਤਾਂ ਉਹਨੇ ਵੈਸੇ ਹੀ ਆਪਣਾ ਹਸਪੀਟਲ ਬੰਦ ਕੀਤਾ ਹੋਇਆ ਕਿ ਕਿਤੇ ਇਹ ਨਾ ਹੋਵੇ ਕਿ ਕਰੋਨਾ ਦੀ ਮਹਾਮਾਰੀ ਵਾਲਾ ਬੰਦਾ ਇੱਥੇ ਆ ਜਾਏ। ਇਹ ਜਿਹੜਾ ਕੁਝ ਹੋਇਆ, ਇਹ ਸਾਰਾ ਜਿਹੜੀ ਹੈ ਦੂਜੀ ਲਹਿਰ, ਉਹਦਾ ਨਤੀਜਾ ਹੈ। ਪਹਿਲੀ ਲਹਿਰ ਜਦੋਂ ਆਈ ਸੀ, ਉਸ ਲਹਿਰ ਨੂੰ ਵੀ ਹਾਲਾਂਕਿ ਅਸੀਂ ਨਿਪਟਣ ਦੇ ਵਿੱਚ ਬਹੁਤ ਦੇਰ ਕਰਤੀ ਸੀ। ਇੱਕੋ ਇੱਕ ਸੂਬਾ ਕੇਰਲਾ ਹੈ ਜੀ, ਜਿਹਨੇ ਉਹਨੂੰ ਕੰਟਰੋਲ ਕੀਤਾ ਸੀ। ਜਿਹੜਾ ਸਭ ਤੋਂ ਪਹਿਲਾ ਕੇਸ ਆਇਆ ਸੀ ਉਹ ਕੇਰਲਾ 'ਚ ਆਇਆ ਸੀ, ਔਰ ਕੇਰਲਾ ਦੀ ਸਰਕਾਰ ਦੇ ਪ੍ਰਬੰਧ ਇੰਨੇ ਪੁਖਤਾ ਸੀ, ਉਹਨਾਂ ਦੇ ਕੋਲੇ ਹਾਲਾਂਕਿ ਮੈਡੀਸਨ ਤਾਂ ਉਹੀ ਸੀ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਪ੍ਰੋਵਾਈਡ ਕਰਨੀ ਸੀ, ਪਰ ਫਿਰ ਵੀ ਸਾਂਭ ਸੰਭਾਲ ਦੇ ਲਿਹਾਜ਼ ਦੇ ਨਾਲ ਉੱਥੇ ਦੀ ਮੌਤ ਦਰ ਹੈ ਜਿਹੜੀ ਉਹ ਕਿਤੇ ਘੱਟ ਸੀ। ਜੀ। ਉਹੀ ਤਜਰਬਾ ਫਿਰ ਬਾਅਦ ਦੇ ਵਿੱਚ ਹੋਰਾਂ ਥਾਵਾਂ 'ਤੇ ਵੀ ਅਪਣਾਇਆ ਗਿਆ। ਹਾਲਾਂਕਿ ਵਿੱਚ ਦੀ ਸ਼ੋਸ਼ੇਬਾਜ਼ੀ ਦੂਜੇ ਵੀ ਹੋ ਗਈ ਸੀ, ਥੋੜਾ ਤਾਲੀਆਂ ਥਾਲੀਆਂ ਵਾਲੀ, ਜੀ, ਪਰ ਇਹਦੇ ਬਾਵਜੂਦ ਵੀ ਲੋਕਾਂ ਨੇ ਹਿੰਮਤ ਕੀਤੀ ਤੇ ਕੰਟਰੋਲ ਕਰ ਲਿਆ ਸੀ। ਉਸ ਵੇਲੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਭਾਰਤ ਵਿਸ਼ਵ ਗੁਰੂ ਹੈ। ਜੀ, ਜੀ। ਅਸੀਂ ਦੁਨੀਆ ਦੇ ਆਗੂ ਬਣ ਗਏ ਸੀ, ਔਰ ਉਹ ਥਾਪੀਆਂ ਮਾਰਨ ਲੱਗੇ ਸੀ, ਕਹਿਣ ਲੱਗੇ ਸੀ ਇਹ ਸਾਡੀ ਕਰਾਮਾਤ ਹੈ, ਅਸੀਂ ਇਹਨੂੰ ਜਿਹੜਾ ਹੈਗਾ ਕੰਟਰੋਲ ਕਰ ਲਿਆ। ਜੀ। ਮਤਲਬ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕੋਈ ਕਿਰਪਾ ਹੋ ਗਈ ਹੋਵੇ ਵੀ ਇਹ ਕਿਰਪਾ ਹੋ ਗਈ। ਤੇ ਕਿਰਪਾ ਇਸ ਕਰਕੇ ਹੋ ਗਈ ਕਿਉਂਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਤੇ ਇੱਥੇ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਸੀ। ਜੀ। ਲੇਕਿਨ ਜਿਹੜਾ ਦੂਜੀ ਲਹਿਰ ਉੱਠੀ ਹੈ, ਦੂਜੀ ਲਹਿਰ ਨੇ ਜਿੱਡਾ ਵੱਡਾ ਪ੍ਰਕੋਪ ਖੜਾ ਕੀਤਾ ਹੈ, ਇਹ ਤਾਂ ਤੁਸੀਂ ਕਿਹਾ ਕਿ ਕਦੇ ਸੋਚਿਆ ਨਹੀਂ ਸੀ। ਬੰਦਾ ਫਿਊਚਰ ਵਾਸਤੇ, ਚੰਗੇ ਵਾਸਤੇ ਸੋਚਦਾ, ਮਾੜੇ ਵਾਸਤੇ ਨਹੀਂ ਸੋਚਦਾ। ਭਵਿੱਖ ਦੇ ਵਿੱਚ ਜਿਹੜਾ ਮਾੜਾ ਹੋਇਆ ਹੁੰਦਾ, ਸਿਆਣਾ ਬੰਦਾ ਉਹਦੇ ਉੱਤੇ ਰੋਂਦਾ ਨਹੀਂ ਹੁੰਦਾ, ਉਹ ਤੇ ਅਫਸੋਸ ਨਹੀਂ ਕਰਦਾ ਹੁੰਦਾ। ਜੋ ਭਵਿੱਖ ਦੇ ਵਿੱਚ ਮਾੜਾ ਹੋਇਆ, ਪਾਸਟ ਦੇ ਵਿੱਚ ਮਾੜਾ ਹੋਇਆ, ਪਾਸਟ ਦੇ ਵਿੱਚ ਮਾੜੇ ਦੇ ਵਿੱਚੋਂ ਸਿੱਟੇ ਕੱਢ ਕੇ, ਸਭ ਕੱਢ ਕੇ ਆਪਾਂ ਭਵਿੱਖ ਨੂੰ ਚੰਗਾ ਬਣਾਉਣ ਵਾਸਤੇ ਕੁਝ ਕਰਦੇ ਹਾਂ। ਜੀ, ਜੀ। ਇੱਥੇ ਚੰਗਾ ਬਣਾਉਣ ਦੀ ਖਾਤਰ ਨਹੀਂ, ਇੱਥੇ ਤਾਂ ਅਸੀਂ ਵਿਸ਼ਵ ਗੁਰੂ ਬਣ ਗਏ। ਤੇ ਅੱਜ ਸਾਡੀ ਹਾਲਤ ਕੀ ਹੈ? 16 ਸਾਲ ਪਹਿਲਾਂ ਜੀ, ਮੇਰਾ ਖਿਆਲ ਭਾਰਤ ਦੇ ਵਿੱਚ ਸੁਨਾਮੀ ਆਈ ਸੀ। ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਹੋਣੀ। ਜੀ। ਬਹੁਤ ਸਾਰੇ ਦੇਸ਼ਾਂ ਨੇ ਪੇਸ਼ਕਸ਼ ਕੀਤੀ ਸੀ ਜੀ ਸੁਨਾਮੀ ਵੇਲੇ ਅਸੀਂ ਤੁਹਾਨੂੰ ਮਦਦ ਦੇਣ ਨੂੰ ਤਿਆਰ ਹਾਂ, ਲਓ ਜੀ ਅਸੀਂ ਮਦਦ ਤੁਹਾਡੀ ਕੀ ਕਰੀਏ। ਜੀ। ਤੇ ਡਾਕਟਰ ਮਨਮੋਹਨ ਸਿੰਘ ਨੇ ਕਹਿਤਾ ਸੀ ਭਾਰਤ ਦੇ ਕੋਲੇ ਇੰਨੇ ਕੁ ਸਾਧਨ ਹੈਗੇ ਕਿ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਜੀ, ਅਸੀਂ ਆਪਣਾ ਬੁੱਤਾ ਆਪ ਸਾਰ ਲਾਂਗੇ। ਤੇ ਸਾਰਿਆ ਸੀ। ਔਰ ਇਹ ਪਹਿਲਾ ਮੌਕਾ ਦਾਣੇ ਵਾਲੀਆ ਸਾਹਿਬ ਹੁਣ ਆ ਗਿਆ ਉਹ ਮੌਕਾ। ਅੱਛਾ ਜੀ। ਤੁਸੀਂ ਕਹਿੰਦੇ ਸੀ ਵੀ ਚੀਨ ਵਾਲਿਆਂ ਨੇ ਪੇਸ਼ਕਸ਼ ਕੀਤੀ ਆ, ਉਹ ਪੇਸ਼ਕਸ਼ ਹਾਲੇ ਪ੍ਰਵਾਨ ਨਹੀਂ ਕੀਤੀ। ਪਾਕਿਸਤਾਨ ਵਾਲਿਆਂ ਦੀ ਪੇਸ਼ਕਸ਼ ਕੀਤੀ ਆ, ਉਹ ਪ੍ਰਵਾਨ ਨਹੀਂ ਕੀਤੀ। ਪਰ ਅੱਜ ਖਬਰਾਂ ਆ ਗਈਆਂ ਜੀ ਕਿ ਹੁਣ ਭਾਰਤ ਨੇ ਜਿਹੜੀ ਉਸ ਵੇਲੇ ਪਾਬੰਦੀ ਲਾਈ ਸੀ, ਬੰਦਸ਼ ਲਾਈ ਸੀ ਡਾਕਟਰ ਮਨਮੋਹਨ ਸਿੰਘ ਨੇ, ਜਿਹਨੂੰ ਕਹਿੰਦੇ ਸੀਗੇ ਮੋਨੀ ਬਾਬਾ। ਹਾਂਜੀ। ਇਹ ਬੋਲਦਾ ਕੁਛ ਨਹੀਂ। ਤੁਹਾਡੇ ਯਾਦ ਹੋਣਾ ਹੈ ਜਦੋਂ ਪਠਾਨਕੋਟ ਆਏ ਸੀ ਪ੍ਰਧਾਨ ਮੰਤਰੀ ਸਾਹਿਬ, ਹੁਣ ਦੇ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਬਣਨ ਵਾਸਤੇ ਇੱਕ ਜਲਸਾ ਕੀਤਾ ਸੀ। ਤੇ ਇਹਨਾਂ ਨੇ ਉੱਥੇ ਆ ਕੇ ਕਿਹਾ ਸੀ ਕਿ ਮੈਨੂੰ ਭਾਰਤ ਦੇ ਵਿਕਾਸ ਦੇ ਉੱਤੇ ਸ਼ੱਕ ਹੈ, ਕਿਉਂਕਿ ਮਨਮੋਹਨ ਸਿੰਘ ਨੇ ਕਹਿਤਾ ਸੀ ਕਿ ਇਹਦੇ ਤੇ ਸਾਡਾ ਹੱਕ ਹੈ। ਜੇ ਆਪਾਂ ਭਾਰਤ ਦੇ ਵਿਕਾਸ ਦੀ ਗੱਲ ਕਰਦੇ ਹਾਂ ਤੇ 1947 ਤੋਂ ਸ਼ੁਰੂ ਹੋ। 1947 ਤੋਂ ਕਿਹੜੀਆਂ ਸਰਕਾਰਾਂ ਕੀ ਹੋਈਆਂ, ਕਿਹਨੇ ਕੀ ਕੀਤਾ ਕਰਾਇਆ, ਇਹ ਤਾਂ ਲੋਕਾਂ ਦੇ ਸਾਹਮਣੇ ਹੈ, ਇਤਿਹਾਸ ਦੇ ਸਾਹਮਣੇ ਹੈ। ਲੇਕਿਨ ਉਦੋਂ ਨਰਿੰਦਰ ਮੋਦੀ ਸਾਹਿਬ ਕਹਿੰਦੇ ਸੀ ਮੈਨੂੰ ਇਹਦੇ ਤੇ ਸ਼ੱਕ ਹੈ, ਤੇ ਹੁਣ ਕੀਤੇ ਕਰਾਏ ਕਿਸੇ ਦੇ ਕਹਿੰਦੇ ਵੀ ਮੈਨੂੰ ਇਹਦੇ ਤੇ ਹੱਕ ਹੈ। ਉਹ ਹੱਕ ਆਪਦਾ ਜਤਾਉਂਦੇ ਹੁੰਦੇ ਸੀ। ਇਸ ਵੇਲੇ ਦੀ ਹਾਲਤ ਇਹ ਹੈ ਕਿ ਜੋ ਮਨਮੋਹਨ ਸਿੰਘ ਨੇ ਉਦੋਂ ਬੈਨ ਕੀਤਾ ਸੀ ਕਿ ਸਾਨੂੰ ਬਾਹਰੀ ਮਦਦ ਦੀ ਲੋੜ ਨਹੀਂ, ਅਸੀਂ ਆਪਣਾ ਸਾਰਾ ਸਾਰ ਲਾਂਗੇ, ਉਹ ਹੁਣ ਬੈਨ ਜਿਹੜਾ ਚੁੱਕਤਾ ਕਹਿੰਦੇ ਜੀ ਵਿਦੇਸ਼ਾਂ ਚੋਂ ਜਿਹੜੀ ਮਦਦ ਮਿਲਦੀ ਹੈ ਅਸੀਂ ਲੈਣ ਨੂੰ ਤਿਆਰ ਆ। ਔਰ ਅਗਲੀ ਗੱਲ ਉਹਨਾਂ ਨੇ ਨਾਲ ਇਹ ਵੀ ਕਰ ਦਿੱਤੀ ਕਿ ਚਾਈਨਾ ਤੋਂ ਮੈਡੀਕਲ ਇਕਵਿਪਮੈਂਟ ਹੈ ਜਿਹੜੀ ਉਹ ਵੀ ਖਰੀਦੇ ਜਾਣਗੇ। ਲੇਕਿਨ ਪਾਕਿਸਤਾਨ ਵਾਲੇ ਪਾਸੇ ਤੋਂ ਹਾਲੇ ਤੱਕ ਜਿਹੜੀ ਹੈਗੀ ਹੈ ਇਹਨਾਂ ਨੇ ਹੁੰਗਾਰਾ ਨਹੀਂ ਭਰਿਆ। ਪੰਜਾਬ ਦੇ ਵਿੱਚ ਵੀ ਹਾਲਾਤ ਮਾੜੇ ਹੈ।
ਪੰਜਾਬ ਦੇ ਵਿੱਚ ਆਕਸੀਜਨ ਜਿੰਨੀ ਚਾਹੀਦੀ ਹੈ ਉਨੀ ਨਹੀਂ ਮਿਲ ਰਹੀ। ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਕਾਂਗਰਸ ਪਾਰਟੀ ਵਾਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਉੱਥੇ ਗੱਲਬਾਤ ਦੇ ਵਿੱਚ ਇੱਕ MPs ਨੇ ਇਹ ਗੱਲ ਕਹੀ ਸੀ ਕਿ ਜੀ ਸਾਨੂੰ ਬੈਨ ਕਰ ਦੇਣਾ ਚਾਹੀਦਾ ਹੈ, ਲਾਕਡਾਊਨ ਲਾ ਦੇਣਾ ਚਾਹੀਦਾ, ਮੁਕੰਮਲ ਤੌਰ 'ਤੇ ਲਾਕਡਾਊਨ ਚਾਹੀਦਾ ਹੈ। ਜਿਹੜੇ ਐਡਵਾਈਜ਼ਰ ਹੈ ਅਮਰੀਕਾ ਦੇ ਫੌਜੀ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਇੱਥੇ ਜਿਹੜਾ ਭਾਰਤ ਦੇ ਵਿੱਚ ਇਹਨੂੰ ਚੇਨ ਨੂੰ ਤੋੜਨ ਦੇ ਲਈ ਮੁਕੰਮਲ ਲਾਕਆਊਟ ਚਾਹੀਦਾ ਹੈ। ਲੇਕਿਨ ਮੁੱਖ ਮੰਤਰੀ ਦਾ ਇਹ ਕਹਿਣਾ ਸੀਗਾ ਕਿ ਦੂਜੇ ਰਾਜਾਂ ਨਾਲੋਂ ਸਾਡੀਆਂ ਬੰਦਸ਼ਾਂ ਅਜੇ ਵੀ ਮਜ਼ਬੂਤ ਹੈ ਜੀ। ਇਸ ਤਰ੍ਹਾਂ ਦਾ ਜੇ ਅਸੀਂ ਪੂਰਾ ਲਾਕਆਊਟ ਕਰਾਂਗੇ ਤਾਂ ਲੋਕਾਂ ਦੀ ਹਾਲਤ ਬੜੀ ਮਾੜੀ ਹੋ ਜਾਣੀ ਹੈ। ਕਿਉਂਕਿ ਲੋਕਾਂ ਦੇ ਵਿੱਚੋਂ ਨੁਕਤਾਚੀਨੀ ਵੀ ਹੋਈ ਕਿ ਸ਼ਰਾਬ ਦੇ ਠੇਕੇ ਖੋਲ੍ਹ ਤੇ ਦੁਕਾਨਾਂ ਬੰਦ ਜੀ। ਇਹ ਕਿਉਂ ਕੀਤੀਆਂ? ਫਿਰ ਉਹੀ ਗੱਲ ਆਈ ਹੈ ਕਿ ਜੇ ਅਸੀਂ ਰੈਵਨਿਊ ਲੈਣ ਦੀ ਖਾਤਰ ਸ਼ਰਾਬ ਦੇ ਠੇਕੇ ਖੋਲ੍ਹਦੇ ਹਾਂ ਤੇ ਲੋਕਾਂ ਨੂੰ ਵੀ ਫਿਰ ਆਪਦੀ ਰੋਜੀ ਰੋਟੀ ਕਮਾਉਣ ਵਾਸਤੇ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਤੇ ਉਹਨਾਂ ਨੇ ਕੁਛ ਕੀਤਾ, ਤਬਦੀਲੀ ਕੀਤੀ ਹੈ। ਸਵੇਰ ਤੋਂ ਲੈ ਕੇ ਦੁਪਹਿਰ ਦਾ ਕੁਛ ਏਰੀਆ ਦਿੱਤਾ ਕਿ ਤੁਸੀਂ ਇੰਨਾ ਕਰ ਲਓ। ਪਰ ਨਾਲ ਜਦੋਂ ਕਿਹਾ ਕਿ ਆਕਸੀਜਨ ਦੀ ਸਾਡੀ ਪੂਰਤੀ ਨਹੀਂ ਹੁੰਦੀ, MPs ਨੂੰ ਕਿਹਾ ਕਿ ਤੁਸੀਂ ਦਿੱਲੀ ਬੈਠੇ ਹੋ, ਤੁਹਾਡਾ ਅਧਿਕਾਰ ਖੇਤਰ ਹੈ, ਤੁਸੀਂ ਭਾਰਤ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਕਰੋ। ਔਰ ਉਹਦੇ ਗੱਲ ਉਚੇਚੇ ਤੌਰ 'ਤੇ ਕਹੀ ਗਈ ਜੀ ਕਿ ਆਕਸੀਜਨ ਦੀ ਕਮੀ ਹੈ, ਆਕਸੀਜਨ ਸਾਨੂੰ ਮਿਲ ਨਹੀਂ ਰਹੀ, ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਪਾਕਿਸਤਾਨ ਤੋਂ ਆਕਸੀਜਨ ਲੈ ਲਈਏ। ਇਹ ਪੰਜਾਬ ਸਰਕਾਰ ਨੇ ਆਪਣੇ MPs ਦੀ ਡਿਊਟੀ ਲਾਈ ਹੈ, ਮੁੱਖ ਮੰਤਰੀ ਨੇ ਡਿਊਟੀ ਲਾਈ ਹੈ ਵੀ ਤੁਸੀਂ ਭਾਰਤ ਸਰਕਾਰ ਨਾਲ ਇਹ ਟੇਕਅਪ ਕਰੋ ਜੀ। ਜਦੋਂ ਮੁਸੀਬਤ ਪੈਂਦੀ ਹੈ, ਮੁਸੀਬਤ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਹੜੀ ਦੁਸ਼ਮਣੀ ਨੂੰ ਭੁਲਾ ਦਿੰਦੀ ਹੈ। ਬਿਲਕੁਲ ਹਰ ਬੰਦਾ ਉਦੋਂ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ, ਜੇ ਆਪਾਂ ਡਿੱਗੇ ਪਏ ਆ, ਐਕਸੀਡੈਂਟ ਹੋ ਜੇ ਤੇ ਦੁਸ਼ਮਣ ਆ ਕੇ ਚੱਕ ਲੈ, ਤੁਸੀਂ ਕਹਿ ਦੋਗੇ ਸਾਨੂੰ ਨਾ ਚੱਕ। ਪਰ ਕਿਉਂਕਿ ਇਹਦਾ ਅਸਰ ਜਿਹੜਾ ਹੈਗਾ ਹਾਕਮਾਂ ਤੇ ਨਹੀਂ ਪੈ ਰਿਹਾ, ਹਾਕਮਾਂ ਤੇ ਇਹ ਆਮ ਲੋਕਾਂ ਤੇ ਪੈ ਰਿਹਾ। ਇਸ ਕਰਕੇ ਇੱਥੇ ਹੈਂਕੜ ਜਿਹੜਾ ਮੰਜੇ ਦੇ ਉੱਤੇ ਰੱਖਿਆ ਵਾ, ਜਿਹੜੀ ਪੈਰ ਚੱਕ ਕੇ ਲੱਤ ਮੰਜੇ ਦੇ ਉੱਤੇ ਰੱਖੀ ਹੈ, ਕੋਈ ਪਚਾਦੇ ਦੀ ਹੈ ਤਾਂ ਜਿਹੜੀ ਅਣਖ ਦਾ ਸਵਾਲ ਹੈ, ਅਸੀਂ ਇਹਨਾਂ ਤੋਂ ਨਹੀਂ ਲੈਣੀ। ਜਦੋਂ ਹੁਣ ਤੁਸੀਂ ਇਹ ਦੇਖ ਲਿਆ ਵੀ ਸਾਡੀ ਹਾਲਤ ਇੰਨੀ ਮਾੜੀ ਹੋ ਗਈ ਹੈ, ਸਾਡੇ ਬੰਦੇ ਮਰ ਰਹੇ ਆ, ਸਾਡੇ ਬੈਂਕੇ, ਮੇਰੇ ਕੋਲ ਜਿਹੜੀਆਂ ਇਨਫੋਰਮੇਸ਼ਨ ਆਈ ਹੈ ਜੀ, ਥੋੜ੍ਹੇ ਦਿਨਾਂ ਦੇ ਵਿੱਚ ਜੀ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 4 MLA ਮਰ ਗਏ। ਹਾਂ ਬਿਲਕੁਲ, ਅੱਜ ਕੱਲ੍ਹ ਇੱਕ ਹੋਰ ਮਰ ਗਏ। ਇੱਕ ਤਾਂ ਮਤਲਬ MLA ਮੇਰਾ ਖਿਆਲ ਉਹਦਾ ਨਾਂ ਪਤਾ ਨਹੀਂ ਕੀ ਸਿੰਘ ਸੀ, ਉਹ MLA ਉਹ ਸੀ ਜਿਹੜਾ MLA ਕਿਸੇ ਜ਼ਮਾਨੇ ਦੇ ਵਿੱਚ ਬਹੁਤ ਨੇੜੇ ਹੁੰਦਾ ਸੀ ਇਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਜੀ। ਤੇ ਹਾਲਤ ਕੀ ਹੈ ਕਿ ਜਿਹੜਾ ਆਪਣੀ ਵਾਰਾਣਸੀ ਹੈ, ਵਾਰਾਣਸੀ ਦੇ ਉੱਤੇ ਜਦੋਂ ਪ੍ਰਧਾਨ ਮੰਤਰੀ ਦਾ ਨਾਮ ਪ੍ਰਪੋਜ਼ ਕੀਤਾ ਹੈ, ਜਿਹੜੇ ਪ੍ਰਪੋਜ਼ ਕਰਨ ਵਾਲੇ ਕੁਝ ਬੰਦੇ ਹੁੰਦੇ, ਇੱਕ ਬੰਦਾ ਪ੍ਰਪੋਜ਼ਰ ਸੀ ਜੀ, ਉਹਦੀ ਵਾਈਫ ਦੀ ਡੈਥ ਵੀ ਕਰੋਨਾ ਨਾਲ ਹੋ ਗਈ। ਕਿਉਂਕਿ ਜਿਹੜਾ ਪ੍ਰਪੋਜ਼ਰ ਆ ਉਹ RSS ਦਾ ਵੱਡਾ ਹੀ ਹੋਣਾ, ਪ੍ਰਧਾਨ ਮੰਤਰੀ ਨੂੰ ਸ਼ਾਇਦ ਜਾਤੀ ਤੌਰ ਤੇ ਜਾਣਦਾ ਹੋਵੇ, ਕਿਉਂਕਿ ਚੋਣ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਕੀ ਤੋਂ ਪ੍ਰਪੋਜ਼ ਕਰਾਉਣਾ, ਜਾਂ RSS ਵਾਲਿਆਂ ਨੇ ਕੀਤਾ ਹੋਣਾ ਵੀ ਭਾਈ ਤੂੰ ਪ੍ਰਪੋਜ਼ ਕਰਨਾ। ਜਦੋਂ ਪ੍ਰਧਾਨ ਮੰਤਰੀ ਨੂੰ ਪਤਾ ਲੱਗਿਆ ਕਿ ਉਹਦੀ ਘਰ ਵਾਲੀ ਦੀ ਡੈਥ ਹੋ ਗਈ ਤੇ ਉਹਨਾਂ ਨੇ ਕਿਹਾ ਉਹਦੇ ਨਾਲ ਅਫਸੋਸ ਹੀ ਪ੍ਰਗਟ ਕਰ ਲਈਏ, ਟੈਲੀਫੋਨ ਕਰ ਬੈਠੇ ਉਹਨੂੰ। ਅੱਛਾ ਜੀ, ਕਿ ਵੀ ਬਹੁਤ ਮਾੜੀ ਗੱਲ ਹੋਈ, ਤੇਰੇ ਘਰ ਵਾਲੀ ਮਰ ਗਈ। ਉਹਦਾ ਜੀ ਉਹ ਤਾਂ ਮਰ ਗਈ, ਮੇਰੀ ਧੀ ਵੀ ਹਸਪਤਾਲ 'ਚ ਦਾਖਲ ਹੈ ਔਰ ਮੈਂ ਤਾਂ ਪਿੱਟ ਕੇ ਮਰ ਗਿਆ। ਸਾਨੂੰ ਤਾਂ ਸਾਡੀ ਧੀ ਨੂੰ ਮਿਲਣ ਵੀ ਨਹੀਂ ਦਿੰਦੇ, ਦੇਖਣ ਵੀ ਨਹੀਂ ਦਿੰਦੇ। ਘੱਟੋ ਘੱਟ ਸਾਨੂੰ ਵੀਡੀਓ ਰਾਹੀਂ ਦਿਖਾ ਦਿਓ। ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਹੁੰਦਾ ਹੈ। ਲੱਚਰ ਸਿਸਟਮ ਕਿੰਨਾ ਹੋ ਗਿਆ ਜੀ। ਸਿਸਟਮ ਦੀ ਤੁਸੀਂ ਇਹ ਦੇਖੋ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚੋਂ ਟੈਲੀਫੋਨ ਆਉਣ ਦੇ ਬਾਵਜੂਦ, ਹੁਕਮ ਹੋਣ ਦੇ ਬਾਵਜੂਦ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ। ਇਹਦੇ ਬਾਵਜੂਦ ਵੀ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਸ ਬੰਦੇ ਦੀ ਆਪਣੀ ਧੀ ਦੇ ਨਾਲ ਜਿਹੜੀ ਵੀਡੀਓ ਜਿਹੜੀ ਹੈਗੀ ਆ ਉਹ ਕਾਲ ਨਹੀਂ ਹੋ ਸਕੀ। ਜਿਹੜੇ ਬੰਦੇ ਨੇ ਪ੍ਰਧਾਨ ਮੰਤਰੀ ਦਾ ਨਾਮ ਪ੍ਰਪੋਜ਼ ਕੀਤਾ, ਮੇਰਾ ਖਿਆਲ ਹੈ ਇਦੋਂ ਮਾੜੇ ਹਾਲਾਤ ਨਹੀਂ ਹੋ ਸਕਦੇ ਇਸ ਦੇਸ਼ ਦੇ ਵਿੱਚ। ਇੱਥੋਂ ਤੱਕ ਗੱਲ ਪਹੁੰਚ ਗਈ ਹੈ। ਢਿੱਲੋਂ ਸਾਹਿਬ, ਮੈਂ ਹੈਰਾਨ ਹੈ ਇਸ ਗੱਲ ਦੇ ਉੱਤੇ ਕਿ ਗੱਲਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਹਾਂ, ਸਿਆਸੀ ਪੱਖੋਂ ਸਿਸਟਮ ਬਿਲਕੁਲ ਕਲੈਪਸ ਹੋ ਚੁੱਕਾ ਹੈ ਮੌਜੂਦਾ ਸਥਿਤੀ 'ਤੇ ਆਖੀਏ ਤਾਂ ਹਰ ਕਿਸੇ ਦੀ ਵੀ ਜਿਹੜੀ ਨਿਗਾਹ ਹੈ, ਮੈਨੂੰ ਤਾਂ ਕਈ ਵਾਰੀ ਇੰਝ ਲੱਗਦਾ ਕਿ ਹੁਣ ਤਾਂ ਅਦਾਲਤਾਂ ਹੀ ਦੇਸ਼ ਨੂੰ ਚਲਾ ਰਹੀਆਂ ਨੇ। ਅਦਾਲਤਾਂ ਆਪਾਂ ਦੇਸ਼ ਨੂੰ ਚਲਾ ਰਹੀਆਂ ਨੇ ਕਹਿੰਦੇ, ਅਦਾਲਤਾਂ ਨੂੰ ਮਤਲਬ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਸੀ, ਅਦਾਲਤਾਂ ਉਹ ਭੂਮਿਕਾ ਨਿਭਾਉਣ ਵਾਲੇ ਮੂਡ ਦੇ ਵਿੱਚ ਆ ਗਈਆਂ। ਇਹ ਦਾਨੇਲੀਆ ਸਾਹਿਬ ਆਪਾਂ ਇੱਕ ਵਾਰੀ ਨਹੀਂ ਕੀਤੀ, ਬਹੁਤ ਵਾਰੀ ਮੈਂ ਇਹ ਗੱਲ ਕਰਦਾ ਹੁੰਦਾ ਕਿ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆ ਜੇ ਕੋਈ ਬੰਦਾ ਵਿਅਕਤੀਗਤ ਤੌਰ ਦੇ ਉੱਤੇ ਕੋਈ ਪਹਿਲ ਕਦਮੀ ਕਰਦਾ, ਉਹਦੀ ਵਿਅਕਤੀਗਤ ਭੂਮਿਕਾ ਬੜੀ ਅਹਿਮ ਹੁੰਦੀ ਹੈ। ਬਿਲਕੁਲ, ਜੇ ਪ੍ਰਧਾਨ ਮੰਤਰੀ ਦੇ ਵਿੱਚ ਇਨੀਸ਼ੀਏਟਿਵ ਹੋਵੇ, ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਕੁਛ ਦੀ ਕੁਛ ਕਰ ਸਕਦਾ ਹੈ। ਮੁੱਖ ਮੰਤਰੀ ਦੇ ਵਿੱਚ ਇਨੀਸ਼ੀਏਟਿਵ ਹੋਵੇ, ਕੁਛ ਦੀ ਕੁਛ ਕਰ ਸਕਦਾ। ਆਪਾਂ ਕੇਰਲਾ ਦੀ ਗੱਲ ਕਰਕੇ ਹਟੇ ਹਾਂ ਜੀ। ਕੇਰਲਾ ਦੇ ਵਿੱਚ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਹੈ ਵਿਜਯਨ, ਉਹਨੇ ਇੱਕ ਫਾਰਮੂਲਾ ਬਣਾਤਾ ਕਿ ਲਗਾਤਾਰ ਜਿਹੜੇ ਬੰਦੇ 2 ਵਾਰੀ MLA ਬਣ ਗਏ ਜੀ,
ਜਿਹੜੇ ਲਗਾਤਾਰ 2 ਵਾਰੀ ਐਮਐਲਏ ਬਣ ਗਏ ਐਤਕੀ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਨਵੇਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਮੈਨੂੰ ਵੀ ਸ਼ੱਕ ਸੀ ਜੀ ਕਿ ਇਹ ਸੀਪੀਐਮ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਹੈ। ਸੀਪੀਐਮ ਦੇ ਵਿੱਚ ਜਦੋਂ ਦੂਜੇ ਦੇ ਰਗੜੇ ਕੱਢਣੇ ਹੁੰਦੇ ਨਾ, ਫਿਰ ਇੱਕ ਫਾਰਮੂਲਾ ਲੈ ਆਉਂਦੇ ਆ। ਮੈਨੂੰ ਇਹ ਸੀ ਕਿ ਇਹ ਅਚੂਤਾਨੰਦਨ ਦੇ ਜਿਹੜਾ ਗਰੁੱਪ ਦਾ ਰਗੜੇ ਕੱਢਣ ਵਾਸਤੇ ਫਾਰਮੂਲਾ ਲਿਆਂਦਾ ਗਿਆ, ਲੇਕਿਨ ਉਹਨੇ ਕਹਿੰਦਾ ਵੀ ਅਗਲੀ ਵਾਰ ਨੂੰ ਮੈਂ ਵੀ ਦੂਜੀ ਵਾਰ ਹੋ ਜਾਊਗਾ। ਹਾਂ, ਕਿਉਂਕਿ ਲਗਾਤਾਰ ਤਾਂ ਮੇਰੀ ਵੀ ਦੂਜੀ ਵਾਰ, ਮੈਂ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ, ਮੈਂ ਵੀ ਐਮਐਲਏ ਨਹੀਂ ਬਣ ਸਕਦਾ। ਉਹਦਾ ਨਤੀਜਾ ਇਹ ਹੋਇਆ, ਤੁਸੀਂ ਹੋਰ ਗੱਲਾਂ ਵੀ ਆਪਦੀ ਥਾਂ ਦੇ ਉੱਤੇ ਜੀ, ਕਿ ਉੱਥੇ ਜਿਹੜੀ ਹੈਗੀ ਹੈ ਕਦੇ ਵੀ ਕੋਈ ਪਾਰਟੀ ਦੂਜੀ ਵਾਰੀ ਨਹੀਂ ਆਈ ਸੀ ਤੇ ਸੀਪੀਐਮ ਦੂਜੀ ਵਾਰੀ ਆ ਗਈ ਔਰ ਬੜੀ ਸ਼ਾਨ ਨਾਲ ਆਈ ਜੀ। ਤੇ ਆਈ ਕਦੋਂ ਆ? ਉਦੋਂ ਆ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ ਸੀਪੀਐਮ ਦਾ ਉੱਥੇ ਬੁਰਾ ਹਾਲ ਹੋ ਗਿਆ ਸੀ ਜੀ ਜੀ। ਉੱਥੇ ਮੇਰੇ ਖਿਆਲ 1-2 ਹੀ ਪਾਰਲੀਮੈਂਟ ਦੇ ਮੈਂਬਰ ਆਏ ਸੀ ਤੇ ਦੁਬਾਰਾ ਬਣਾ ਗਏ। ਸੋ ਇੱਕ ਬੰਦੇ ਦੀ ਵਿਅਕਤੀਗਤ ਭੂਮਿਕਾ ਬੜੀ ਵੱਡੀ ਚੀਜ਼ ਹੁੰਦੀ ਹੈ। ਇਸ ਵੇਲੇ ਜੇ ਆਪਾਂ ਅਦਾਲਤਾਂ ਦੀ ਗੱਲ ਕਰਦੇ ਹਾਂ ਤਾਂ ਅਦਾਲਤਾਂ ਦੇ ਵਿੱਚ ਵੀ ਜਿਹੜਾ ਹੈੱਡ ਹੈ, ਜਿਹੜਾ ਹੈੱਡ ਆਫ ਫੈਮਿਲੀ ਹੈ, ਹੈੱਡ ਆਫ ਫੈਮਿਲੀ ਦੀ ਭੂਮਿਕਾ ਕੀ ਹੈ ਜੀ? ਪਹਿਲਾਂ ਜਿੰਨੇ ਵੀ ਜੱਜ ਚੀਫ ਜਸਟਿਸ ਆਏ, ਆਪਾਂ ਕਿਸੇ ਦੀ ਇੰਟੈਗ੍ਰਿਟੀ ਦੇ ਉੱਤੇ ਕੋਈ ਸ਼ੱਕ ਨਹੀਂ ਕਰਨਾ ਚਾਹੁੰਦੇ। ਬਿਲਕੁਲ ਆਪੋ ਆਪਣੀਆਂ ਮਜਬੂਰੀਆਂ ਹੁੰਦੀਆਂ, ਪਤਾ ਨਹੀਂ ਕੀ ਗੱਲਬਾਤ ਹੁੰਦੀ ਹੈ, ਕਿਵੇਂ ਕੀ ਕਾਰਨ ਕੀ ਹੁੰਦੇ ਹੈ। ਕਾਰਨਾਂ ਦੇ ਵਿੱਚ ਆਪਾਂ ਨਾ ਜਾਈਏ ਤਾਂ ਆਮ ਤੌਰ ਦੇ ਉੱਤੇ ਨਜ਼ਰੀਆ ਸਰਕਾਰ ਪ੍ਰਤੀ ਜਿਹੜਾ ਹੈ ਉਹ ਹਮਦਰਦੀ ਵਾਲਾ, ਨਰਮੀ ਵਾਲਾ। ਲੇਕਿਨ ਜੁਡੀਸ਼ਰੀ ਦਾ ਮਤਲਬ ਇਹ ਹੁੰਦਾ, ਜੁਡੀਸ਼ਰੀ ਦਾ, ਮੀਡੀਆ ਦਾ, ਕਿ ਇਹਨੇ ਸਥਾਪਤੀ ਨੂੰ ਸਵਾਲ ਕਰਨੇ ਹੁੰਦੇ ਆ ਜੀ, ਐਸਟੈਬਲਿਸ਼ਮੈਂਟ ਨੂੰ ਪੁੱਛਣਾ ਦਾ। ਮੀਡੀਆ ਦਾ ਮਤਲਬ ਹੁੰਦਾ ਕਿ ਅਸੀਂ ਐਂਟੀ ਐਸਟੈਬਲਿਸ਼ਮੈਂਟ ਆ। ਸਰਕਾਰ ਦੇ ਖਿਲਾਫ ਕੋਈ ਪਟੀਸ਼ਨ ਹਾਈ ਕੋਰਟ, ਸੁਪਰੀਮ ਕੋਰਟ ਦੇ ਵਿੱਚ ਆਉਂਦੀ ਹੈ, ਉਹਨੂੰ ਇਹ ਨਹੀਂ ਦੇਖਣਾ ਕਿ ਅਸੀਂ ਸਰਕਾਰ ਦੇ ਮਦਦਗਾਰ ਆ, ਉੱਥੇ ਕਿ ਅਸੀਂ ਸਰਕਾਰ ਦੀ ਜਵਾਬਦੇਹੀ ਵਾਲੇ ਬੰਦੇ ਔਰ ਜਵਾਬਦੇਹੀ ਵਾਲੇ ਸਵਾਲ ਹੋਣੇ ਚਾਹੀਦੇ ਹੈ। ਇਹ ਪਹਿਲਾ ਮੌਕਾ ਹੈ ਮੇਰੇ ਖਿਆਲ ਬਹੁਤ ਲੰਬੇ ਸਮੇਂ ਬਾਅਦ, ਮੈਨੂੰ ਨਹੀਂ ਪਤਾ ਪਹਿਲਾਂ ਕੋਈ ਆਇਆ ਹੋਵੇ, ਕਿ ਇੱਕ ਕਿਸਾਨ ਦਾ ਪੁੱਤ ਜਿਹੜਾ ਭਾਰਤ ਦਾ ਚੀਫ ਜਸਟਿਸ ਬਣੇ ਜੀ। ਜਸਟਿਸ ਰਮੰਨਾ ਜਿਹੜੇ ਹੈਗੇ, ਇਹ ਆਂਧਰਾ ਪ੍ਰਦੇਸ਼ ਨਾਲ ਸੰਬੰਧਿਤ ਹੈ, ਖੇਤੀ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਆਏ ਹੈ। ਔਰ ਜਿਵੇਂ ਕਿ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਨਾਲ ਸ਼ਾਇਦ ਗੱਲ ਕੀਤੀ ਸੀ, ਆਪਾਂ ਪ੍ਰਾਈਵੇਟ ਗੱਲਬਾਤ ਕਰ ਰਹੇ ਸੀ, ਕਿ ਮਨੁੱਖੀ ਅਧਿਕਾਰਾਂ ਪ੍ਰਤੀ ਜੀ ਜੀ ਅਦਾਲਤਾਂ ਦਾ ਨਜ਼ਰੀਆ ਕੀ ਹੋਵੇ, ਉਹਦੇ ਵਿੱਚ ਇਹ ਬੜੇ ਐਕਟਿਵ ਹੈ। ਔਰ ਇਹਨਾਂ ਨੇ ਬੜੇ ਵਧੀਆ ਫੈਸਲੇ ਕੀਤੇ। ਇੱਕ ਫੈਸਲਾ ਤਾਂ ਤੁਹਾਡੇ ਯਾਦ ਹੋਣਾ ਵੀ ਉਦੋਂ ਚੀਫ ਜਸਟਿਸ ਨਹੀਂ ਸੀਗੇ ਇਹ, ਚੀਫ ਜਸਟਿਸ ਤਾਂ ਕੋਈ ਹੋਰ ਸੀ। ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ, ਉਹਦੇ ਕਈ 2 ਟੁਕੜੇ ਕਰਤੇ। ਉਸ ਫੈਸਲੇ ਨੂੰ ਚੁਣੌਤੀ ਦਿੱਤੀ ਕਿ ਇਹ ਗੈਰ ਸੰਵਿਧਾਨਕ ਹੈ, ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਇਹਦੇ ਤੇ ਜਿਹੜੀ ਹੈ ਵਿਚਾਰ ਚਰਚਾ ਕੀਤੀ ਜਾਵੇ, ਤੇ ਸੁਪਰੀਮ ਕੋਰਟ ਨੇ ਹਾਲੇ ਤੱਕ ਉਹਦੇ ਤੇ ਵਿਚਾਰ ਨਹੀਂ ਕੀਤੀ ਜੀ। ਲੇਕਿਨ ਅਨੁਰਾਧਾ ਭਸੀਨ ਇੱਕ ਪੱਤਰਕਾਰ ਸੀ, ਐਡੀਟਰ ਸੀ ਕਸ਼ਮੀਰ ਟਾਈਮਜ਼ ਦੀ, ਉਹਨੇ ਇੱਕ ਪਟੀਸ਼ਨ ਦਾਇਰ ਕਰਤੀ ਕਿ ਮੀਡੀਆ ਦੀ ਆਜ਼ਾਦੀ ਦੇ ਉੱਤੇ ਇਹ ਕਿਸਮ ਦੀ ਬੰਦਿਸ਼ ਹੈ, ਜੇ ਸਾਨੂੰ ਇੰਟਰਨੈਟ ਨਹੀਂ ਮਿਲਦਾ ਅਸੀਂ ਕਿਵੇਂ ਖਬਰਾਂ ਲਵਾਂਗੇ ਤੇ ਕਿਵੇਂ ਖਬਰਾਂ ਭੇਜਾਂਗੇ। ਔਰ ਇਸੇ ਜਸਟਿਸ ਰਮੰਨਾ ਸਾਹਿਬ ਨੇ ਕਿਹਾ ਸੀ ਕਿ ਇੰਟਰਨੈਟ ਜਿਹੜਾ ਹੈਗਾ ਇਹ ਫੰਡਾਮੈਂਟਲ ਰਾਈਟ ਹੈ ਔਰ ਫੰਡਾਮੈਂਟਲ ਰਾਈਟ ਕਰਕੇ ਇਹਨਾਂ ਨੇ ਉਹਦੀ ਇਜਾਜ਼ਤ ਦਿੱਤੀ ਸੀ, ਕਸ਼ਮੀਰ ਦੇ ਵਿੱਚ ਇੰਟਰਨੈਟ ਖਲਵਾਤਾ ਸੀ। ਸੋ ਇਸ ਵੇਲੇ ਉਹ ਜਸਟਿਸ ਆ ਗਏ, ਤੇ ਉਹ ਆਪਾਂ ਵੇਖਿਆ ਪਿਛਲੇ ਸਮੇਂ 'ਚ ਆਪਾਂ ਤਾਰੀਫ ਕਰਦੇ ਰਹੇ ਹਾਂ ਹਾਈ ਕੋਰਟਾਂ ਦੀ, ਕਿ ਹਾਈ ਕੋਰਟਾਂ 'ਚ ਸਰਗਰਮੀਆਂ ਵੱਧ ਆ, ਪਰ ਸੁਪਰੀਮ ਕੋਰਟ ਦੇ ਵਿੱਚ ਘੱਟ ਹੈ। ਕਿਉਂਕਿ ਹਾਈ ਕੋਰਟਾਂ ਜਿੰਨੇ ਸੂਬੇ ਹੋਣੀਆਂ ਹਾਈ ਕੋਰਟ ਹੈ, ਹਾਈ ਕੋਰਟਾਂ ਦੇ ਵਿੱਚ ਬਹੁਤ ਸਾਰੇ ਜੱਜ ਹੈ। ਕੱਲੇ ਜੱਜ ਦੇ ਉੱਤੇ ਉਸ ਤਰ੍ਹਾਂ ਕੰਮ ਨਹੀਂ ਹੋ ਸਕਦਾ ਜਿਵੇਂ ਇੱਕ ਤੇ ਹੋ ਸਕਦਾ ਹੈ। ਜੇ ਤੁਸੀਂ ਚੀਫ ਨੂੰ ਕਾਬੂ ਕਰ ਲਓਗੇ, ਬਾਕੀ ਸਾਰਾ ਕੁਝ, ਬਾਕੀ ਬੜੇ ਤਰੀਕਾਕਾਰ ਹੁੰਦੇ ਹੈ। ਜਿਹੜੇ ਤੁਹਾਡੀ ਯਾਦ ਹੋਣਾ 4 ਸੀਨੀਅਰ ਜੱਜਾਂ ਨੇ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਆਪਣੇ ਚੀਫ ਜਸਟਿਸ ਦੇ ਖਿਲਾਫ ਕੀਤੀ, ਬਹੁਤ ਪਹਿਲੀ ਵਾਰੀ ਹੋਈ ਸੀ। ਉਹਦੇ ਵਿੱਚ ਉਹਨਾਂ ਨੇ ਗੱਲ ਕੀ ਕਹੀ ਸੀ? ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਰੋਸਟਰ ਸਿਸਟਮ ਹੈ ਜਿਹੜਾ ਹੈਗਾ ਉਹਦੇ ਵਿੱਚ ਬੜੀ ਗੜਬੜ ਹੈ। ਜਿਹੜੇ ਇੰਪੋਰਟੈਂਟ ਕੇਸ ਆ ਉਹ ਸੀਨੀਅਰ ਜੱਜਾਂ ਦੇ ਕੋਲੇ ਜਾਣ ਦੀ ਬਜਾਏ ਜੂਨੀਅਰ ਜੱਜਾਂ ਕੋਲੇ ਜਾਂਦੀ ਹੈ ਜੀ, ਰਜਿਸਟਰੀ ਰਾਹੀਂ ਜਾਂਦੀ ਹੈ ਜਾਂ ਜਿਹੜਾ ਚੀਫ ਜਸਟਿਸ ਭੇਜਦਾ ਹੈ। ਔਰ ਜੂਨੀਅਰ ਜੱਜਾਂ ਦੇ ਵਿੱਚ ਉਹ ਮੈਨੇਜਡ ਕੀਤਾ ਹੁੰਦਾ ਸਾਰਾ ਸੌਦਾ ਪੱਤਾ, ਉੱਥੋਂ ਰਿਲੀਫ ਮਿਲ ਜਾਂਦਾ ਹੈ। ਪਰ ਜੇ ਸੀਨੀਅਰ ਜੱਜਾਂ ਕੋਲੇ ਜਾਣਗੇ ਸ਼ਾਇਦ ਰਿਲੀਫ ਨਾ ਮਿਲੇ। ਵੇਖਿਆ ਜਾਂਦਾ ਕਿ ਆਹ ਕੇਸ ਉਸ ਜੱਜ ਕੋਲੇ ਨਾ ਜਾਵੇ, ਬੜਾ ਕੁਛ ਜੀ। ਹੁਣ ਉਹੀ ਜੁਡੀਸ਼ਰੀ ਹੈ, ਹਾਈ ਕੋਰਟਾਂ 'ਚ ਸੀ, ਹਾਈ ਕੋਰਟਾਂ ਤਾਂ ਅੱਜ ਵੀ ਉੱਥੇ ਭੜਕ ਗਏ। ਉਹੀ ਸੁਪਰੀਮ ਕੋਰਟਾਂ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਤਰ੍ਹਾਂ ਫੈਸਲੇ ਕਿਹੋ ਜਿਹੇ ਆਉਂਦੇ, ਟਿੱਪਣੀਆਂ ਕਿਹੋ ਜਿਹੀਆਂ ਹੁੰਦੀਆਂ, ਤੁਸੀਂ ਆਪ ਹੀ ਦੇਖ ਲਓ। ਇਸ ਕਰਕੇ ਵਿਅਕਤੀਗਤ ਭੂਮਿਕਾ ਜਿਹੜੀ ਹੈ ਨਾ ਬੰਦੇ ਦੀ ਬਹੁਤ ਹੁੰਦੀ ਹੈ। ਸਿਸਟਮ ਉਹੀ ਹੁੰਦਾ ਸਾਰਾ, ਕੋਈ ਨਹੀਂ। ਸਿਸਟਮ ਨੂੰ ਇਸਤੇਮਾਲ ਕਿਵੇਂ ਕਰਨਾ ਜੀ, ਇਹ ਤਾਂ ਤੁਹਾਡੇ ਕੋਲ ਹੈ ਨਾ। ਤੁਹਾਨੂੰ ਇੱਕ ਪੈਨ ਫੜਾ ਦੇਣੇ, ਇਸ ਪੈਨ ਦੇ ਨਾਲ ਤੁਸੀਂ ਵੀ ਲਿਖਣਾ ਤੇ ਪੈਨ ਦੇ ਨਾਲ ਰਾਮ ਸਿੰਘ ਗਿੱਲ ਨੇ ਵੀ ਲਿਖਣਾ। ਤੁਸੀਂ ਆਪਣੀ ਬੁੱਧੀ ਵਿਵੇਕ ਤੇ ਜਿਹੜੀ ਤੁਹਾਡੇ ਵਿੱਚ ਜ਼ਰੂਰਤ ਆ ਉਸ ਹਿਸਾਬ ਨਾਲ ਦੇਖਣਾ। ਤੁਹਾਡੀ ਖਬਰ ਕਿਹੋ ਜਿਹੀ ਕੜਕਦੀ ਹੋਊ, ਸ਼ਾਇਦ ਰਾਮ ਸਿੰਘ ਗਿੱਲ ਦੀ ਨਾ ਹੋਵੇ, ਖਬਰ ਉਹੀ ਹੈ, ਬੰਦੇ ਤੇ ਨਿਰਭਰ ਹੁੰਦਾ ਹੈ ਜੀ। ਸੋ ਇਸੇ ਕਰਕੇ ਆਪਾਂ ਕਹਿ ਸਕਦੇ ਕਿ ਸੁਪਰੀਮ ਕੋਰਟ ਨੇ ਜਿਹੜਾ ਇਹ ਗੱਲ ਕਹੀ ਹੈ ਕਿ ਮਦਰਾਸ ਕੋਰਟ ਦੀਆਂ ਅਸੀਂ ਟਿੱਪਣੀਆਂ ਨਹੀਂ ਹਟਾਉਂਦੇ। ਮਦਰਾਸ ਕੋਰਟ ਦੀਆਂ ਟਿੱਪਣੀਆਂ ਕੀ ਸੀ ਤੇ ਕਿਉਂ ਸੀ, ਵੇਖਣ ਵਾਲੀ ਗੱਲ ਤਾਂ ਪਹਿਲਾਂ ਇਹ ਹੈ। ਅਸਲ ਦੇ ਵਿੱਚ ਉੱਥੇ ਇਲੈਕਸ਼ਨ ਹੋ ਗਈ ਸੀ। ਇਲੈਕਸ਼ਨ ਤੋਂ ਬਾਅਦ ਕਾਊਂਟਿੰਗ ਹੋਣੀ ਸੀ 2 ਮਹੀਨੇ। ਜਿਹੜੇ ਉੱਥੋਂ ਦੇ ਟਰਾਂਸਪੋਰਟ ਦੇ ਮੰਤਰੀ ਸੀ ਉਹ ਆਲ ਇੰਡੀਆ ਅੰਨਾ DMK ਨਾਲ ਸੰਬੰਧਿਤ ਸੀ ਜੀ। ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕਰਤੀ ਮਦਰਾਸ ਹਾਈ ਕੋਰਟ ਦੇ ਵਿੱਚ ਕਿ ਜੱਜ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਜਿੱਦਾਂ ਚੋਣਾਂ ਹੋਣੀਆਂ,
ਚੋਣਾਂ ਵਾਲੇ ਦਿਨ ਜਿਹੜੇ ਹੈਗੇ ਆ ਅੰਦਰ ਕਿੰਨੇ ਕਾਊਂਟਿੰਗ ਏਜੰਟ ਹੋਣਗੇ, ਕਿੰਨਾ ਅਮਲਾ ਫੈਲਾ ਹੋਊ, ਇਹਦੇ ਨਾਲ ਉੱਥੇ ਜਿਹੜਾ ਹੈਗਾ ਕਰੋਨਾ ਵਾਇਰਸ ਫੈਲ ਸਕਦਾ। ਤੇ ਇਹਦਾ ਕੋਈ ਪ੍ਰਬੰਧ ਕਰੋ ਕਿ ਉੱਥੇ ਸਿਰਫ ਤੇ ਸਿਰਫ ਸੰਜੀਦਾ ਕੈਂਡੀਡੇਟਸ ਨੇ ਜਾਂ ਕੋਈ ਤਰੀਕਾ ਕਰੇ ਜਾ ਕੇ ਬੰਦੇ ਦਾ ਇਕੱਠ ਨਾ ਵਾਲਾ ਹੋਵੇ ਜੀ। ਮਾਨਯੋਗ ਜਿਹੜੀ ਮਦਰਾਸ ਹਾਈ ਕੋਰਟ ਉਹਨਾਂ ਨੇ ਸਮਨ ਕਰਕੇ ਬੁਲਾ ਲਿਆ ਚੋਣ ਕਮਿਸ਼ਨ ਨੂੰ। ਚੋਣ ਕਮਿਸ਼ਨ ਨੇ ਜਿਹੜੀਆਂ ਉੱਥੇ ਆਪਣੀਆਂ ਜਿਹੜੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਪਰ ਉਹਨਾਂ ਸਾਰੀਆਂ ਦਲੀਲਾਂ ਦੇ ਵਿੱਚੋਂ ਇੱਕ ਗੱਲ ਜਿਹੜੀ ਤਸੱਲੀ ਨਾ ਹੋਈ ਤਾਂ ਇੱਕ ਗੱਲ ਉੱਭਰ ਕੇ ਆਈ। ਟਿੱਪਣੀ ਬੜੀ ਜ਼ਬਰਦਸਤ ਕੀਤੀ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ। ਉਹਨਾਂ ਨੇ ਕਹਿਤਾ ਕਿ ਇਉਂ ਲੱਗਦਾ ਹੈ ਇਸ ਦੇਸ਼ ਦੇ ਵਿੱਚ ਕਿ ਜਿਹੜਾ ਕਰੋਨਾ ਫੈਲਿਆ ਹੈ ਇਹ ਕਰੋਨਾ ਫੈਲਾਉਣ ਦੇ ਲਈ ਤੁਸੀਂ ਜ਼ਿੰਮੇਵਾਰ ਹੋ ਜੀ, ਕਿਉਂਕਿ ਜਿਹੜੇ ਵੱਡੇ ਵੱਡੇ ਇਕੱਠ ਹੋ ਰਹੇ ਹੈ ਕਾਗਜ਼ਾਂ ਪੱਤਰਾਂ 'ਚ ਤਾਂ ਤੁਸੀਂ ਹਦਾਇਤਾਂ ਜਾਰੀ ਕਰਤੀਆਂ ਕਿ ਆਹ ਨਾ ਹੋਵੇ ਆਹ ਨਾ ਹੋਵੇ, ਲੇਕਿਨ ਉਹਨੂੰ ਰੋਕਣ ਦੇ ਵਾਸਤੇ ਤੁਸੀਂ ਕੋਈ ਇੰਤਜ਼ਾਮ ਨਹੀਂ ਕੀਤਾ। ਜਿਹੜੇ ਲੋਕ ਮਰ ਰਹੇ ਹੈ ਸੈਕਿੰਡ ਜਿਹੜੀ ਲਹਿਰ ਹੈ ਇਹਦੀ ਵਜ੍ਹਾ ਕਾਰਨ ਇਹਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ ਜੀ। ਤੇ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਸੀ ਕਿ ਤੁਹਾਡੇ ਅਫਸਰਾਂ ਦੇ ਖਿਲਾਫ ਜਿਹੜਾ ਕਤਲ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਇਹ ਲਿਖਤੀ ਕੁਛ ਨਹੀਂ ਕਿਹਾ ਸੀ ਉਹਨਾਂ ਨੇ, ਇਹ ਉਹਨਾਂ ਦੀ ਆਬਜ਼ਰਵੇਸ਼ਨ ਸੀ, ਓਪਨ ਕੋਰਟ ਦੇ ਵਿੱਚ ਟਿੱਪਣੀ ਸੀ ਜੀ। ਇਹ ਤੋਂ ਬਾਅਦ ਅਖਬਾਰਾਂ 'ਚ ਗੱਲ ਆ ਗਈ, ਅਖਬਾਰਾਂ 'ਚ ਇਹ ਮਾਮਲਾ ਚੱਕ ਕੇ ਆ ਗਿਆ, ਅਖਬਾਰਾਂ 'ਚ ਆ ਗਿਆ, ਟੈਲੀਵਿਜ਼ਨਾਂ 'ਚ ਆ ਗਿਆ, ਕਿਉਂਕਿ ਐਡੀ ਸਖਤ ਟਿੱਪਣੀ ਇਹ ਤੋਂ ਪਹਿਲਾਂ ਭਾਰਤੀ ਜੁਡੀਸ਼ਰੀ ਦੇ ਵਿੱਚ ਨਹੀਂ ਸੀ ਹੋਈ ਜੀ। ਇੱਕ ਵਾਰੀ ਹੋਈ ਸੀ ਪੁਲਿਸ ਦੇ ਉੱਤੇ, ਮਿਸ ਜਸਟਿਸ ਪਤਾ ਨਹੀਂ ਕਿਹੜਾ ਸੀ, ਸ਼ਾਇਦ ਮੁੱਲਾ ਸੀ ਮੇਰਾ ਖਿਆਲ, ਜਸਟਿਸ ਮੁੱਲਾ ਨੇ ਇੱਕ ਵਾਰੀ ਟਿੱਪਣੀ ਕੀਤੀ ਸੀ, ਕੋਈ ਜਿਹੜਾ ਅਪਰਾਧ ਆ ਗਿਆ ਸੀ। ਉਦੋਂ ਉਹਨਾਂ ਨੇ ਕਿਹਾ ਸੀ ਕਿ ਪੁਲਿਸ ਦੀ ਵਰਦੀ ਦੇ ਵਿੱਚ ਜਥੇਬੰਦਕ ਗਰੋਹ ਹੈ ਜਿਹੜੇ ਜਿਨ੍ਹਾਂ ਨੂੰ ਕਾਨੂੰਨੀ ਸ਼ਕਲ ਅਖਤਿਆਰ ਹੋ, ਜਥੇਬੰਦਕ ਗਰੋਹ ਹੈ ਜਿਹੜੇ ਅਪਰਾਧ ਕਰਦੇ, ਉਹ ਕੀਤੀ ਸੀ। ਉਹ ਟਿੱਪਣੀ ਦਾ ਵਾਰ-ਵਾਰ ਹਵਾਲਾ ਦਿੱਤਾ ਜਾਂਦਾ। ਲੇਕਿਨ ਪਹਿਲੀ ਵਾਰ ਇਹ ਗੱਲ ਸੀ ਕਿ ਚੋਣ ਕਮਿਸ਼ਨ ਜ਼ਿੰਮੇਵਾਰ ਆ ਮੌਤਾਂ ਦਾ, ਜਿਹੜੇ ਲੋਕ ਮਰਦੇ ਆ ਇਹਨਾਂ ਨੇ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਨਹੀਂ ਨਿਭਾਈ। ਉਹਦਾ ਨਤੀਜਾ ਇਹ ਹੋਇਆ ਕਿ ਚੋਣ ਕਮਿਸ਼ਨ ਅੱਗ ਬਬੂਲਾ ਹੋ ਗਿਆ। ਚੋਣ ਕਮਿਸ਼ਨ ਨੇ ਇਸ ਟਿੱਪਣੀ ਨੂੰ ਹਟਵਾਉਣ ਵਾਸਤੇ ਮਦਰਾਸ ਹਾਈ ਕੋਰਟ 'ਚ ਪਹੁੰਚ ਕੀਤੀ, ਐਪਲੀਕੇਸ਼ਨ ਦਿੱਤੀ ਕਿ ਜੀ ਸਾਨੂੰ ਤਾਂ ਲੋਕ ਕਾਤਲ ਕਹਿੰਦੇ ਆ ਜੀ, ਪਰ ਮਦਰਾਸ ਹਾਈ ਕੋਰਟ ਨੇ ਕਿਹਾ ਅਸੀਂ ਨਹੀਂ ਸੁਣਵਾਈ ਕਰਨੀ। ਉਹਨਾਂ ਨੇ ਸੁਣਵਾਈ ਨਹੀਂ ਕੀਤੀ। ਫਿਰ ਇਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕਰਤੀ ਜੀ। ਅਪੀਲ ਨੂੰ ਕਹਿੰਦੇ SLP, ਸਪੈਸ਼ਲ ਲੀਵ ਪਟੀਸ਼ਨ, ਉਹ ਪਾਤੀ। ਉਹਦੇ ਤੇ ਆਈ, ਪਹਿਲੇ ਦਿਨ ਵੀ ਟਿੱਪਣੀਆਂ ਸਖਤ ਸੀ ਸੁਪਰੀਮ ਕੋਰਟ ਦੀਆਂ। ਕੱਲ੍ਹ ਉਹਦੇ ਤੇ ਫਿਰ ਉਹਨਾਂ ਦਾ ਫੈਸਲਾ ਆ ਗਿਆ। ਚੋਣ ਕਮਿਸ਼ਨ ਦੀ ਜਿਹੜੀ ਪਟੀਸ਼ਨ ਹੈ ਉਹ ਰੱਦ ਕਰਤੀ ਜੀ। ਸਪੈਸ਼ਲ ਲੀਵ ਪਟੀਸ਼ਨ ਕਹਿੰਦੇ ਨਹੀਂ, ਅਸੀਂ ਨਹੀਂ ਉਹ ਟਿੱਪਣੀਆਂ ਹਟਾਵਾਂਗੇ। ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ। ਪਹਿਲਾਂ ਵੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੱਜ ਸਾਹਿਬ ਜਦੋਂ ਆਪਦੇ ਘਰੋਂ ਤੁਰਦੇ ਹੈ ਜੀ, ਉਹ ਘਰੋਂ ਸੋਚ ਕੇ ਨਹੀਂ ਤੁਰਦੇ ਕਿ ਅੱਜ ਆਪਾਂ ਕਿਹਨੂੰ ਕੀ ਕਰਾਂਗੇ। ਜਲਦੀ ਕਾਰਵਾਈ ਦੇ ਦੌਰਾਨ ਜਿਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਉਹਦੇ ਮੁਤਾਬਕ ਟਿੱਪਣੀਆਂ ਕਰਦੇ। ਫਿਰ ਗੱਲ ਆ ਗਈ ਸੀ ਜੀ ਮੀਡੀਆ ਨੂੰ ਰੋਕ ਦਿਓ ਜੀ, ਕਿ ਮੀਡੀਆ ਦੀ ਰਿਪੋਰਟਿੰਗ ਨਾ ਕਰੇ। ਤੇ ਕੱਲ ਫਿਰ ਬਹੁਤ ਵਧੀਆ ਗੱਲ ਕਹੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਜੀ। ਸੁਪਰੀਮ ਕੋਰਟ ਕੀ ਕਹਿੰਦੀ ਹੈ? ਉਹ ਕਹਿੰਦੇ ਦੋ ਸੰਵਿਧਾਨਕ ਸੰਸਥਾਵਾਂ, ਇੱਕ ਪਾਸੇ ਜੁਡੀਸ਼ਰੀ ਹੈ, ਇੱਕ ਪਾਸੇ ਹੈਗਾ ਚੋਣ ਕਮਿਸ਼ਨ ਜੀ। ਦੋ ਸੰਵਿਧਾਨਕ ਸੰਸਥਾਵਾਂ ਦੇ ਦਰਮਿਆਨ ਜਿਹੜਾ ਰੇੜਕਾ ਖੜਾ ਹੋਇਆ ਜੀ, ਇਸ ਰੇੜਕੇ ਦੇ ਵਿੱਚੋਂ ਕਈ ਸਵਾਲ ਖੜੇ ਹੁੰਦੇ ਆ ਕਿ ਕੀ ਜਿਹੜੀ ਹੈਗੀ ਹੈ ਮੀਡੀਆ ਦੀ ਆਜ਼ਾਦੀ ਬਰਕਰਾਰ ਰਹਿਣੀ ਕਿ ਨਹੀਂ ਰਹਿਣੀ ਜੀ। ਔਰ ਉੱਥੇ ਫਿਰ ਆਰਟੀਕਲ 19 ਦਾ ਹਵਾਲਾ ਦਿੱਤਾ ਜੀ। ਆਰਟੀਕਲ 19 ਹੈ ਜਿਹੜਾ ਭਾਰਤੀ ਸੰਵਿਧਾਨ ਦਾ, ਉਹ ਹਰ ਬੰਦੇ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ। ਹਾਂਜੀ, ਵਿਚਾਰਾਂ ਦੇ ਪ੍ਰਗਟਾਵੇ ਦੇ ਵਿੱਚ ਆ ਕਿ ਤੁਸੀਂ ਖੜ ਕੇ ਭਾਸ਼ਣ ਕਰ ਸਕਦੇ, ਤੁਹਾਡੇ ਹੀ ਜੀ ਕਰਦਾ, ਕੋਈ ਤੁਸੀਂ ਡਿਮਾਂਡ ਕਰਦੇ ਹੋ, ਤੁਸੀਂ ਕਹਿ ਦਿਓ ਤੁਹਾਡੀ ਡਿਮਾਂਡ ਹੈ ਵੀ ਤੁਹਾਨੂੰ ਖਾਲਿਸਤਾਨ ਚਾਹੀਦਾ ਹੈ, ਤੁਸੀਂ ਖੜ ਕੇ ਕਹਿੰਦੇ ਮੈਂ ਖਾਲਿਸਤਾਨ ਮੰਗਦਾ ਜੀ, ਤੁਸੀਂ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਦਿਓ। ਤੁਸੀਂ ਕਿਸੇ ਕਿਸਮ ਦੇ ਵਾਇਲੈਂਟ ਨਹੀਂ ਹੁੰਦੇ ਜੀ। ਤੁਹਾਡੇ ਖਿਲਾਫ ਬੋਲਣ ਕਰਕੇ ਕੋਈ ਕਾਰਵਾਈ ਨਹੀਂ ਹੋ ਸਕਦੀ, ਕਿਉਂਕਿ ਭਾਰਤੀ ਸੰਵਿਧਾਨ ਨੇ ਤੁਹਾਨੂੰ ਬੋਲਣ ਦਾ ਹੱਕ ਦਿੱਤਾ ਹੋਇਆ। ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਦੋ ਸੰਵਿਧਾਨਕ ਸੰਸਥਾਵਾਂ ਜੀ, ਆਪਾਂ ਪਹਿਲਾਂ ਕਹਿੰਦੇ ਰਹੇ ਹਾਂ ਕਿ ਨਰਿੰਦਰ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਜੀ ਸੰਵਿਧਾਨਕ ਸੰਸਥਾਵਾਂ ਦਾ ਬੇੜਾ ਗਰਕ ਕੀਤਾ ਗਿਆ। ਉਹ ਬਿਲਕੁਲ ਜਿਹੜੀਆਂ ਨਪੁੰਸਕ ਕਰਤੀਆਂ। ਉਹਦੇ ਵਿੱਚ ਜੁਡੀਸ਼ਰੀ ਨੂੰ ਵੀ ਆਪਾਂ ਕਹਿੰਦੇ ਰਹੇ, ਲੇਕਿਨ ਚੋਣ ਕਮਿਸ਼ਨ ਤਾਂ ਹੁਣ ਜਿਵੇਂ ਬੋਲ ਮੇਰੀ ਬੁਲਬੁਲ ਪੈਸਾ ਮਿਲੇਗਾ, ਇਹ ਤਾਂ ਨਾਚ ਮੇਰੀ ਬੁਲਬੁਲ ਕੇ ਪੈਸਾ ਮਿਲੇਗਾ। ਉਹਦਾ ਜਿਵੇਂ ਬੁਲਬੁਲ ਨੂੰ ਨਚਾਉਂਦੇ ਤੇ ਬੁਲਬੁਲ ਉਵੇਂ ਨੱਚਦੀ ਹੈ। ਬੁਲਬੁਲ ਜਿਵੇਂ ਉਹਨਾਂ ਦੀ ਫੈਸਿਲਿਟੀ ਦੇ ਮੁਤਾਬਕ ਕਰਨ ਦੀ ਹੈ, ਲਓ ਜੀ ਤੁਹਾਨੂੰ ਕਿੰਨੇ ਪੜਾਵਾਂ ਚਾਹੀਦਾ ਇਲੈਕਸ਼ਨ, ਉਹਨੇ ਪੜਾਵਾਂ 'ਚ ਹੋ ਜਾਊਗਾ ਜੀ। ਤੁਹਾਡੇ ਤੁਸੀਂ ਜਿੰਨੇ ਇਲਾ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਹਿਤਾ ਜੀ ਜੇ 2 ਲੱਖ ਦੀ ਰੈਲੀ ਕਰੀ ਜਾਂਦਾ ਪ੍ਰਧਾਨ ਮੰਤਰੀ, ਅਸੀਂ ਹੁਕਮ ਕਿਵੇਂ ਦੇ ਦਿਆਂਗੇ ਜੀ। ਤੁਸੀਂ ਪ੍ਰਧਾਨ ਮੰਤਰੀ ਨੂੰ ਵਾਰਨਿੰਗ ਤਾਂ ਦੇ ਸਕਦੇ ਹੋ। ਤੁਹਾਡੇ ਕੋਲੇ ਪ੍ਰਧਾਨ ਮੰਤਰੀ ਦੇ ਖਿਲਾਫ ਸ਼ਿਕਾਇਤਾਂ ਆਈਆਂ ਸੀ, ਤੁਸੀਂ ਉਹਨਾਂ ਸ਼ਿਕਾਇਤਾਂ ਦੇ ਉੱਤੇ ਅਮਲ ਨਹੀਂ ਕੀਤਾ। ਇੱਕ ਜੇ ਚੋਣ ਕਮਿਸ਼ਨਰ ਨੇ ਕਿਹਾ ਜੀ ਆਪਾਂ ਕਰ ਲਈਏ ਤੇ ਉਹਦੀ ਵਿਚਾਰੇ ਦੀ ਦੁਰਗਤ ਹੋ ਗਈ, ਤੁਸੀਂ ਉਹਦੇ ਹੱਕ ਵਿੱਚ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਸੋ ਕੱਲ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹਿਤਾ ਕਿ ਮੀਡੀਆ ਜੀ ਲਿਖ ਵੀ ਸਕਦਾ ਤੇ ਬੋਲ ਵੀ ਸਕਦਾ। ਜੋ ਕੁਝ ਅਦਾਲਤਾਂ ਦੇ ਵਿੱਚ ਹੁੰਦਾ ਇਹ ਓਪਨ ਸਪੇਸ ਹੈ, ਉਹਦੇ ਵਿੱਚ ਮੀਡੀਆ ਨੂੰ ਵੀ ਆਜ਼ਾਦੀ ਹੈ। ਮੀਡੀਆ ਨੂੰ ਤਾਂ ਰਿਪੋਰਟਿੰਗ ਕਰਨੀ ਹੈ, ਘਰੋਂ ਤਾਂ ਬਣਾਉਣਾ ਕੁਝ ਨਹੀਂ। ਜਿਹੜੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅਦਾਲਤਾਂ ਕੀ ਕਹਿੰਦੀਆਂ, ਇਹ ਚੀਜ਼ ਜਿਹੜੀ ਹੈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਬਹੁਤ ਵਧੀਆ ਫੈਸਲਾ ਕਹਿੰਦੇ ਫੰਡਾਮੈਂਟਲ ਰਾਈਟ ਜੀ
ਮੀਡੀਆ ਦੀ ਰਿਪੋਰਟਿੰਗ ਦਾ ਫੰਡਾਮੈਂਟਲ ਰਾਈਟ ਆ। ਔਰ ਇਹਨੂੰ ਤੁਸੀਂ ਅੱਗੇ ਦੇਖੋ, ਜਿਹੜੀ ਗੱਲ ਕੱਲ ਉਹਨਾਂ ਨੇ ਕਹਿ ਦਿੱਤੀ ਹੈ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ, ਇਹ ਉਹਦੇ ਤੇ ਵੀ ਇੱਕ ਕਿਸਮ ਦੇ ਲਈ ਉਹਦੇ ਲਈ ਰਾਹ ਖੋਲਤਾ, ਜਿਹੜਾ ਇਹ ਡਿਜੀਟਲ ਮੀਡੀਆ ਨੂੰ ਕਾਬੂ ਕਰਨ ਵਾਸਤੇ ਤਾਂਗੜ ਪਟਿਆ ਕੱਸਿਆ ਹੋਇਆ ਸੀ ਕਿ ਅਸੀਂ ਇਹਨੂੰ ਕਰ ਦੇਣਾ ਹੁਣ। ਕਿਉਂਕਿ ਜੇ 2 ਜੱਜ ਸਾਹਿਬਾਨ ਦਾ ਔਰ ਜਸਟਿਸ ਡੀ.ਵਾਈ ਚੰਦਰਾਚੂੜ ਜਿਹੜੇ ਇਸ ਬੈਂਚ ਦੀ ਅਗਵਾਈ ਕਰ ਰਹੇ ਆ, ਉਹ ਨੈਕਸਟ ਚੀਫ ਜਸਟਿਸ ਆਫ ਇੰਡੀਆ ਬਣ ਰਹੇ। ਹਾਂਜੀ, ਇਹ ਤੋਂ ਬਾਅਦ ਉਹਨਾਂ ਨੇ ਬਣਨੇ। ਇਸ ਕਰਕੇ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ, ਇਹਨੂੰ ਕੋਈ ਛੋਟੀ ਡਿਵੈਲਪਮੈਂਟ ਨਹੀਂ ਆਪਾਂ ਸਮਝ ਸਕਦੇ। ਤੇ ਹੁਣ ਫਿਰ ਦਿੱਲੀ ਹਾਈ ਕੋਰਟ ਨੇ ਪਹਿਲਾਂ ਤਾਂ ਤੁਹਾਨੂੰ ਪਤਾ ਕੇਂਦਰ ਦੀ ਖਿਚਾਈ ਕੀਤੀ ਸੀ, ਹੁਣ ਕੇਜਰੀਵਾਲ ਦੀ ਵੀ ਖਬਰ ਲੈ ਲਈ ਵੀ ਹਾਜ਼ਰ ਹੋ। ਉਹਦੇ 'ਚ ਵੀ ਹੈ ਜੀ ਵੀ ਕੇਜਰੀਵਾਲ ਇੱਕ ਸ਼ਖਸ ਹੈ ਮਤਲਬ ਦਿੱਲੀ ਦਾ ਜੀ, ਉਹਨੇ ਪਟੀਸ਼ਨ ਦਾਇਰ ਕੀਤੀ ਹੈ। ਉਹਨੇ ਕੀ ਪਟੀਸ਼ਨ ਦਾਇਰ ਕੀਤੀ? ਉਹਨੇ ਪਟੀਸ਼ਨ ਇਹ ਦਾਇਰ ਕੀਤੀ ਹੈ ਕਿ ਜੀ ਮੈਂ ਬਿਮਾਰ ਹਾਂ ਜੀ, ਕਰੋਨਾ ਨੇ ਮੈਨੂੰ ਘੇਰਿਆ ਹੋਇਆ ਹੈ ਔਰ 53 ਸਾਲ ਬੰਦੇ ਦੀ ਉਮਰ ਹੈ ਜੀ, ਕੋਵਿਡ ਦਾ ਤੇ ਮੈਂ ਕਹਿੰਦੇ ਵੀ ਮੇਰਾ ਜਿਹੜਾ ਕੀ ਹੁੰਦੇ ਨੂੰ ਕੀ SpO2 ਲੈਵਲ ਹੈ ਜਿਹੜਾ ਇਹ ਡਿੱਗ ਕੇ 40 ਤੇ ਰਹਿ ਗਏ। ਅੱਛਾ ਜੀ। ਤੇ ਮੈਨੂੰ ਕਿਤੇ ਵੀ ਜਿਹੜਾ ICU ਬੈੱਡ ਨਹੀਂ ਮਿਲ ਰਿਹਾ। ਮੈਂ ਧੱਕੇ ਖਾ ਰਿਹਾ ਜੀ, ਮੇਰਾ ਕੀ ਕੁਛ ਨਾ ਕੁਛ ਕਰੋ। ਇਹਦੇ ਤੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਨੂੰ ਦਿੱਤਾ ਨੋਟਿਸ ਜੀ ਕਿ ਆਓ ਜੀ ਤੁਸੀਂ ਕਰੋ। ਤੇ ਉਹ ਆ ਕੇ ਜੀ ਉਹਨਾਂ ਨੇ ਆਪਣੀਆਂ ਦਿੱਲੀ ਨਾਲ ਦੇਣੀਆਂ ਸ਼ੁਰੂ ਕਰਤੀਆਂ, ਐਵੇਂ ਜੀ ਇਉਂ ਹੈ ਜੀ ਇਉਂ ਹੈ ਜੀ, ਆਕਸੀਜਨ ਨਹੀਂ ਮਿਲ ਰਹੀ, ਫਲਾਨੀ ਨਹੀਂ ਮਿਲ ਰਹੀ। ਹੁਣ ਆਕਸੀਜਨ ਦੇ ਮਾਮਲੇ ਦੇ ਉੱਤੇ ਜਿਹੜਾ ਪਹਿਲਾਂ ਹੁਕਮ ਦੇ ਦਿੱਤਾ ਹੈ ਜੀ, ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਹੈ ਕਿ ਇਹਨਾਂ ਨੂੰ 700 ਜਿਹੜਾ ਹੈਗਾ ਟਨ ਜਿਹੜੀ ਹੈਗੀ ਹੈ ਮਿਲੀਅਨ ਟਨ ਹੀ ਹੁੰਦੀ ਹੈ, ਮੈਟ੍ਰਿਕ ਟਨ ਜਿਹੜੀ ਹੈ 700 ਤੁਸੀਂ ਇਹਨਾਂ ਨੂੰ ਦਿਓ ਆਪਣੀ ਸਪਲਾਈ ਆਕਸੀਜਨ, ਮੈਡੀਕਲ ਆਕਸੀਜਨ ਜੀ। ਕੱਲ ਤੁਸ਼ਾਰ ਮਹਿਤਾ ਸਾਹਿਬ ਨੇ ਕਹਿਤਾ ਸੀ ਜੀ ਅਸੀਂ ਇੰਨੀ ਦੇਣੀ, ਉਹਨੇ ਕਿਹਾ ਵੀ ਨਹੀਂ ਦੇਣੀ ਪੈਣੀ ਹੈ ਤੁਹਾਨੂੰ, ਦਿਓ ਜੀ। ਔਰ ਫਿਰ ਉਹ ਰਾਤ ਦੇਤੀ ਉਹਨਾਂ ਨੇ, ਪਹੁੰਚ ਗਈ। ਪਹੁੰਚਣ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਫਿਰ ਧੰਨਵਾਦ ਵੀ ਕਰਤਾ ਜੀ, ਸੁਪਰੀਮ ਕੋਰਟ ਦਾ ਵੀ ਕੀਤਾ, ਹਾਈ ਕੋਰਟ ਦਾ ਵੀ ਕੀਤਾ, ਬਹੁਤ ਵਧੀਆ ਗੱਲ ਹੈ। ਪਰ ਨਾਲ ਉਚੇਚੇ ਤੌਰ ਤੇ ਪ੍ਰਧਾਨ ਮੰਤਰੀ ਦਾ ਵੀ ਕਰਤਾ ਜੀ। ਇਹ ਹੁਣ ਆ ਪ੍ਰਧਾਨ ਮੰਤਰੀ ਵਾਲੀ ਗੱਲ ਮੈਨੂੰ ਸਮਝ ਨਹੀਂ ਕੀਤੀ ਉਹਦਾ ਕਾਹਦੇ ਨਾਲ ਕਰਤਾ ਵੀ, ਕਿਉਂਕਿ ਤੁਸੀਂ ਚੀਕਾਂ ਮਾਰੀ ਜਾਂਦੇ, ਤੁਹਾਡੀ ਸਰਕਾਰ ਕਹਿੰਦੀ ਸਾਨੂੰ ਇਹ ਦਿੰਦੇ ਨਹੀਂ, ਹਾਈ ਕੋਰਟ ਕਹਿ ਰਹੀ ਸੀ ਦਿਓ, ਸੁਪਰੀਮ ਕੋਰਟ ਕਹਿ ਰਹੀ ਸੀ ਦਿਓ ਇਹਨਾਂ ਨੂੰ ਆਕਸੀਜਨ। ਉਹ ਕਹਿੰਦੇ ਸੀ ਜੀ ਨਾ ਦੇਣਾ ਹੀ ਨਹੀਂ ਅਸੀਂ, ਆ ਤਾਂ ਜਿਹੜਾ ਕੀਤਾ ਕਰਾਇਆ। ਹੁਣ ਜੇ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਸਾਨੂੰ ਕੋਈ ਹੋਰ ਸਖਤ ਹੁਕਮ ਨਾ ਕਰਨਾ ਪੈਂਦਾ, ਮਤਲਬ ਸਖਤ ਹੁਕਮ ਅਗਲਾ ਇਹ ਹੋ ਸਕਦਾ ਸੀ, ਇਹ ਵੀ ਕਹਿ ਸਕਦੀ ਸੀ ਸੁਪਰੀਮ ਕੋਰਟ ਵੀ ਚੰਗਾ ਜਿਹੜਾ ਆਕਸੀਜਨ ਦਾ ਟੋਟਲ ਕੰਟਰੋਲ ਹੈ ਜਿਹੜਾ ਆਰਮੀ ਨੂੰ ਦਿੱਤਾ ਜਾਂਦਾ, ਆਰਮੀ ਡਿਸਟ੍ਰੀਬਿਊਟ ਕਰੂਗੀ। ਬੜਾ ਕੁਛ ਹੈ, ਜੋ ਮਰਜ਼ੀ ਹਾਂ, ਬਹੁਤ ਪਾਵਰਾਂ ਆਪੋ ਤਿੰਨਾਂ ਅੰਗਾਂ ਕੋਲੇ ਆਪੋ ਆਪਣੀਆਂ ਬੜੀਆਂ ਪਾਵਰਾਂ, ਔਰ ਉਹ ਉਹਨਾਂ ਦਾ ਧੰਨਵਾਦ ਕਰਦਾ ਹੈ। ਪਰ ਦੂਜੇ ਪਾਸੇ ਦਾਨੇੜੀਆ ਸਾਹਿਬ ਜੀ ਜਦੋਂ ਇਹ ਗੱਲ ਕਰਤੀ ਹੈ ਤੇ ਮੇਰੇ ਹੁਣ ਇੱਕ ਗੱਲ ਯਾਦ ਆਉਂਦੀ ਹੈ, ਜਦੋਂ ਪਹਿਲੀ ਲਹਿਰ ਆਈ ਹੈ ਤੇ ਪੰਜਾਬ ਦੇ ਦਿੱਲੀ ਦੇ ਵਿੱਚ ਕੰਟਰੋਲ ਹੋ ਗਿਆ ਸੀ ਕੁਛ ਜੀ, ਪੰਜਾਬ ਦੇ ਵਿੱਚ ਜੇ ਮਾਮਲਾ ਚੱਲਦਾ ਸੀ ਤੇ ਜਿਹੜੇ ਆਪਣੇ MLA ਸਾਹਿਬਾਨ ਹੈ ਪੰਜਾਬ ਦੇ ਜੀ, ਆਮ ਆਦਮੀ ਪਾਰਟੀ ਦੇ ਚੁਣੇ ਹੋਏ ਉਹਨਾਂ ਦੇ ਕੁਝ ਵਰਕਰ ਤੇ ਸਭ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਸਟੇਟ ਦਾ ਪ੍ਰੈਜ਼ੀਡੈਂਟ, ਉਹਦੇ ਹੱਥ 'ਚ 100 ਮੀਟਰ ਫੜਿਆ ਸੀ। ਅੱਛਾ, ਹਾਂ, ਉਹ ਵੰਡਦੇ ਫਿਰਦਾ ਹੀ ਨੇ, ਬਾਣਾ ਲਿਆਓ ਜੀ ਵੇਖੀਏ ਤੁਹਾਡਾ ਆਕਸੀਜਨ ਲੈਵਲ ਦੇਖੀਏ। ਇਹ ਦੇਖੋ ਜੀ ਕੇਜਰੀਵਾਲ ਨੇ ਕਰਤਾ, ਆਹ ਵੇਖੋ ਆਹ ਦਿੱਲੀ 'ਚ ਖਤਮ ਕਰਤਾ, ਇਹ ਫਲਾਣਾ ਕਰਤਾ ਧਮਕਾ ਕਰਤਾ। ਮਹਾਮਾਰੀ ਹੈ, ਕਿਤੇ ਘੱਟ ਕਿਤੇ ਵੱਧ ਦੀ ਗੱਲ ਹੋ ਸਕਦੀ। ਇਹਦੇ ਵਿੱਚ ਤੁਸੀਂ ਸਿਆਸੀ ਲਾਹਾ ਲੈਣ ਵਾਲੀ ਕੀ ਗੱਲ ਕਰਦੇ ਹੋ? ਔਰ ਉਹ ਤੋਂ ਬਾਅਦ ਸਿਆਸੀ ਲਾਹਾ ਲੈਣ ਵਾਸਤੇ ਕਿੰਨਾ ਕੁਛ ਕੀਤਾ ਜਾਂਦਾ। ਕੱਲ ਹਾਈ ਕੋਰਟ ਨੇ ਵੀ ਕਿਹਾ ਸਿਆਸਤ ਨਾ ਕਰੋ, ਅਸੀਂ ਸਿਆਸਤ ਦੀ ਇਜਾਜ਼ਤ ਨਹੀਂ ਦੇਵਾਂਗੇ। ਕੱਲ ਜਦੋਂ ਸੁਪਰੀਮ ਹਾਈ ਕੋਰਟ ਨੇ ਇਹ ਗੱਲ ਕਹਿਤੀ, ਉਹ ਤੋਂ ਪਹਿਲਾਂ ਪੰਜਾਬ ਦੇ ਅਖਬਾਰਾਂ 'ਚ ਜੀ ਦਿੱਲੀ ਦੇ ਟੈਕਸ ਪੇਅਰਸ ਦਾ ਪੈਸਾ ਲਾ ਕੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ, ਦਿੱਲੀ 'ਚ ਅਸੀਂ ਆਹ ਕਰਤਾ, ਦਿੱਲੀ 'ਚ ਅਸੀਂ ਉਹ ਕਰਤਾ, ਸਾਰਾ ਕੁਛ ਕਰਤਾ। ਤੇ ਹੁਣ ਹਾਈ ਕੋਰਟ ਕੀ ਕਹਿੰਦੀ ਹੈ? ਮਾਨਯੋਗ ਹਾਈ ਕੋਰਟ ਕਹਿੰਦੀ ਹੈ ਕਿ ਤੁਸੀਂ ਇਹ ਦੱਸੋ ਜੀ ਬਿਸਤਰੇ ਚਾਹੀਦੇ। ਉਹ ਕਹਿੰਦੇ ਜੀ ਆਕਸੀਜਨ, ਉਹ ਕਹਿੰਦੇ ਜੀ ਆਕਸੀਜਨ ਕੱਲੀ ਆਕਸੀਜਨ ਹੀ ਸਿਰਫ ਬਿਸਤਰੇ ਵੀ ਹੈ, ਕੁਝ ਹੋਰ ਬੜਾ ਕੁਝ ਵੀ ਹੈ, ਸਾਰਾ ਕੁਛ ਹੈ। ਤਾਂ ਉਹ ਪ੍ਰਬੰਧ ਕਿਹਨੇ ਕਰਨਾ? ਤੁਸੀਂ ਕਰਨਾ। ਆਕਸੀਜਨ ਤਾਂ ਤੁਹਾਡੀ ਰੋਕਤੀ ਸੀ, ਬੰਦੇ ਆ ਗਏ ਸਾਡੇ ਕੋਲ, ਉਹ ਵੀ ਆਮ ਆਦਮੀ ਪਾਰਟੀ ਵਾਲੇ ਨਹੀਂ ਗਏ, ਸਰਕਾਰ ਨਹੀਂ ਗਈ, ਉੱਥੇ ਗਏ ਸੀ ਪ੍ਰਾਈਵੇਟ ਹਸਪਤਾਲਾਂ ਵਾਲੇ ਗਏ ਸੀ। ਲੇਕਿਨ ਜਿਹੜੀ ਤੁਹਾਡੀ ਹੋਰ ਭੂਮਿਕਾ ਬਣਦੀ ਹੈ ਸ਼੍ਰੀਮਾਨ ਜੀ, ਉਹ ਭੂਮਿਕਾ ਕੌਣ ਨਿਭਾਊਗਾ? ਤੁਸੀਂ ਉਹ ਭੂਮਿਕਾ ਨਿਭਾਓ ਚੰਗੀ, ਮਤਲਬ ਜਿਹੜੀ ਹੈਗੀ ਦੰਡ ਪੱਟੀ, ਹਾਂ, ਝਾੜ ਝੰਪ ਕੀਤੀ। ਔਰ ਉਹਦੇ ਨਾਲ ਉਹਨੇ ਕਿਹਾ ਕਿ ਤੁਸੀਂ ਸੁਪਰੀਮ ਜਿਹੜੀਆਂ ਸਾਡੀਆਂ ਅਦਾਲਤਾਂ ਨੂੰ ਕਹਿੰਦੇ ਅਸੀਂ ਤੋਹਮਤਾਂ ਦਾ ਮੈਦਾਨ ਨਹੀਂ ਬਣਨ ਦੇਵਾਂਗੇ, ਜਿਹੜਾ ਕੁਝ ਤੁਸੀਂ ਕਰਦੇ ਹੋ ਇਹ ਠੀਕ ਨਹੀਂ ਹੈਗਾ। ਕਾਫੀ ਮਤਲਬ ਜਿਹੜੀ ਹੈਗੀ ਹੈ ਮੈਡੀਕਲ ਢਾਂਚੇ ਦੇ ਉੱਤੇ ਗੱਲ ਕੀਤੀ ਉਹਨਾਂ ਨੇ। ਕਹਿੰਦੇ ਦਿੱਲੀ ਦਾ ਮੈਡੀਕਲ ਢਾਂਚਾ ਜਿਹੜਾ ਹੈਗਾ ਲੜ ਖੜਾਇਆ ਪਿਆ। ਤੇ ਫਿਰ ਅਗਲੀ ਗੱਲ ਕਹੀ ਕੇਜਰੀਵਾਲ ਸਾਹਿਬ ਨੂੰ ਕਿ ਸ਼ੁਤਰਮੁਰਗ ਨਾ ਬਣੋ,
ਸ਼ੁਤਰਮੁਰਗ ਕਹਿੰਦੇ ਜਦੋਂ ਕੋਈ ਸਿਆਣੀ ਬਿੱਲੀ ਉਹ ਕਰਦੀ ਹੁੰਦੀ ਨਾ, ਕਹਿੰਦੇ ਖੰਭਾਂ ਸਿਰ ਦੇ ਲੈਂਦਾ, ਖੰਭਾਂ ਨਾਲ ਚਾਹੁੰਦੇ, ਉਹ ਕਹਿੰਦੇ ਸ਼ੁਤਰਮੁਰਗ ਬਣ ਕੇ ਰੇਤੇ ਦੇ ਵਿੱਚ ਆਪਦਾ ਸਿਰ ਨਾ ਦਿਓ, ਸਿਰ ਨਾ ਦਿਓ। ਹਾਂ, ਤੁਹਾਡਾ ਸਿਸਟਮ ਲੜਖੜਾਇਆ ਪਿਆ। ਹੁਣ ਇੱਥੇ ਗੱਲ ਆ ਗਈ ਕਿ ਪੰਜਾਬ ਦੇ ਵਿੱਚ ਤਾਂ 100 ਮੀਟਰ ਲੈ ਕੇ ਆ ਗਏ ਸੀ ਕਿ ਲਿਆਓ ਜੀ ਥੋੜਾ ਮੀਟਰ ਚੈੱਕ ਕਰੀਏ, ਤੇ ਹੁਣ ਹਾਈ ਕੋਰਟ ਕਹਿ ਰਹੀ ਹੈ ਕਿ ਤੁਹਾਡਾ ਸਿਸਟਮ ਹੀ ਸਾਰਾ ਲੜਖੜਾਇਆ ਪਿਆ। ਵੈਸੇ ਇਹ ਸਿਸਟਮ ਕੱਲਾ ਦਿੱਲੀ ਦਾ ਨਹੀਂ ਲੜਖੜਾਇਆ, ਇਹ ਸਾਰੇ ਪੰਜਾਬ ਦਾ ਵੀ ਲੜਖੜਾਇਆ, ਸਾਰੇ ਦੇਸ਼ ਦਾ ਹੀ, ਸਾਰੇ ਦੇਸ਼ ਦਾ ਲੜਖਾਇਆ। ਆਪਾਂ ਕੱਲ ਵੀ ਇਹਦੇ ਤੇ ਗੱਲ ਕੀਤੀ ਸੀ ਕਿ ਹੁਣ ਤੱਕ ਹੈਲਥ ਸਿਸਟਮ ਹੀ ਲੜਖੜਾਇਆ ਹੋਇਆ ਹੈ ਜੀ। ਇਹਦੇ ਵਿੱਚੋਂ ਅਗਲੀ ਚੀਜ਼ ਜੇ ਚੀਜ਼ ਉਹ ਜਿਹੜਾ ਲੈਂਡ ਆਰਡਰ ਨਿਕਲਣਾ, ਉਹਨੇ ਲੜ ਖੜਾਉਣਾ ਔਰ ਉਹ ਤੋਂ ਬਾਅਦ ਤੁਹਾਡੇ ਦੇਸ਼ ਨੇ ਖਾਨਾ ਜੰਗੀ ਵੱਲ ਵਧਣਾ। ਇਸ ਕਰਕੇ ਜਿਹੜੀ ਹੈ ਤੋਹਮਤਬਾਜ਼ੀ ਵਾਲੇ ਮਾਮਲੇ 'ਚ ਸਿਆਸੀ ਲਾਹਾ ਕੱਟਣ ਦੀ ਬਜਾਏ ਇਸ ਵੇਲੇ ਇੱਕ ਤੁਹਾਡੇ ਤੇ ਬਹੁਤ ਵੱਡੀ ਮੁਸੀਬਤ ਪਈ ਆ, ਮਾਰ ਪਈ ਹੈ। ਔਰ ਇਸ ਮਾਰ ਦਾ ਜਿਹੜਾ ਹੈਗਾ ਟੱਕਰਾ ਆਪਾਂ ਮਿਲ ਜੁਲ ਕੇ ਕਰਨਾ ਹੈ ਜੀ। ਔਰ ਉਹ ਮਿਲ ਜੁਲ ਕੇ ਆਪਾਂ ਇਹ ਕਰਨਾ ਕਿ ਆਪਾਂ ਆਂਢ ਗੁਆਂਢ ਦੇ ਵਿੱਚ ਦੇਖੀਏ ਕਿਸੇ ਸੱਜਣ ਨੂੰ ਕੋਈ ਮਾੜੀ ਮੋਟੀ ਤਕਲੀਫ ਹੋ ਗਈ, ਉਹਨਾਂ ਦੇ ਕਈ ਵਾਰੀ ਇਹੋ ਜਿਹੇ ਹੁੰਦੇ ਤੇ ਦਾਨੇਲੀਆ ਸਾਹਿਬ ਆਪਾਂ ਤੁਸੀਂ ਤੁਹਾਡਾ ਫਾਜ਼ਿਲਕਾ ਜ਼ਿਲ੍ਹੇ 'ਚ ਪਿੰਡ ਪੈਂਦਾ, ਬਿਲਕੁਲ ਬਾਰਡਰ ਤੇ ਤੁਸੀਂ ਇੱਥੇ ਬੈਠੇ ਹੈ, ਤੁਹਾਡੇ ਰਿਸ਼ਤੇਦਾਰ ਇੱਥੇ 4 ਹੈਗੇ, ਲੇਕਿਨ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਤੁਹਾਡੇ ਗੁਆਂਢੀਆਂ ਨੂੰ ਪਤਾ ਲੱਗਣਾ। ਬਿਲਕੁਲ ਜੀ, ਉਹ ਤਾਂ ਦੂਰ ਦੀ ਗੱਲ, ਉਹਨਾਂ ਦੀ ਦੂਰ ਦੀ ਗੱਲ ਹੈ। ਜਿਹੜਾ ਹੁਣ ਤੁਹਾਡੇ ਜੇ ਮਾਤਾ ਮੰਮੀ ਡੈਡੀ ਪਿੰਡ ਬੈਠੇ ਆ ਜੀ ਬਜ਼ੁਰਗ, ਹੁਣ ਮੈਂ ਤਾਂ ਇੱਥੋਂ 2 ਘੰਟੇ ਲੱਗ ਜਾਣਗੇ ਪਹੁੰਚਦੇ ਨੂੰ, ਤੇ ਇੱਕ ਸੰਭਾਲਣਾ ਤਾਂ ਪਿੰਡ ਵਾਲਿਆਂ ਨੇ ਹੀ ਹੈ। 2 ਘੰਟੇ ਦੇ ਵਿੱਚ ਕੀ ਹੋ ਜਾਂਦਾ। ਹਾਂਜੀ, ਜਿਹੜੇ ਪਿੰਡ ਦੇ ਲੋਕ ਆ, ਪਿੰਡ ਦੇ ਲੋਕ ਨੇੜੇ ਬੈਠੇ, ਤੁਹਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਸੰਭਾਲ ਲੈਣੇ। ਮੇਰੀ ਅੱਜ ਸਵੇਰੇ ਵੀ ਕਿਸੇ ਸੱਜਣ ਨਾਲ ਬਾਹਰ ਵਿਦੇਸ਼ ਦੇ ਵਿੱਚ ਗੱਲ ਹੁੰਦੀ ਸੀ, ਕੋਈ ਪੱਤਰਕਾਰ ਸੀ, ਉਹ ਗੱਲ ਕਰ ਰਿਹਾ ਸੀ, ਕਹਿੰਦਾ ਜੀ ਬੜੇ ਦੁਖੀ ਹਾਂ ਅਸੀਂ। ਉਹਨੇ ਸੱਜਣ ਨੇ ਗੱਲ ਕੀਤੀ, ਕਹਿੰਦਾ ਮੇਰੀ ਮਾਂ ਨੂੰ ਟਰਬਲ ਹੈ, ਮੈਂ ਕੀ ਕਰਾਂ। ਮੈਂ ਉਹਨੂੰ ਇੱਕ ਮਿਸਾਲ ਦਿੱਤੀ, ਮੈਂ ਕਿਹਾ ਵੀ ਮੈਂ ਇੱਕ ਵਾਰੀ ਜਲੰਧਰ ਜ਼ਿਲ੍ਹੇ ਦੇ ਵਿੱਚ ਜੀ ਇੱਕ ਮਰਗ ਦੇ ਭੋਗ ਤੇ ਗਿਆ ਸੀ। ਉਹ ਜਿਹੜਾ ਮਰਗ ਦਾ ਭੋਗ ਸੀ ਉਹ ਸੀਗਾ ਜੀ ਇੱਕ ਪੱਤਰਕਾਰ ਸੀ, ਉਹਦੇ ਬਾਪ ਦਾ ਭੋਗ ਸੀ। ਅੱਛਾ ਜੀ। ਉੱਥੇ ਭੋਗ ਦੇ ਉੱਤੇ ਮਤਲਬ ਜਿਵੇਂ ਤੁਹਾਨੂੰ ਪਤਾ ਹੁੰਦਾ ਜੀ, ਉਹਨੂੰ ਸ਼ਰਧਾਂਜਲੀ ਭੇਟ ਕਰਨਗੇ। ਹਾਂ, ਇੱਕ ਸਿਆਣੇ ਬੰਦੇ ਨੂੰ, ਕਿਉਂਕਿ ਜਿਹੜੇ ਦੁਆਬੇ ਦੇ ਲੋਕ ਆ ਸਾਡੇ ਨਾਲੋਂ ਦਿਮਾਗੀ ਤੌਰ ਤੇ ਤਿੱਖੇ ਸਰਕਮਸਟਾਂਸਿਸ ਇਹੋ ਜਿਹੇ ਬਣ ਜਾਂਦੇ ਕਿ ਉਹਨਾਂ ਨੂੰ ਪਤਾ ਹੁੰਦਾ, ਆਪਾਂ ਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ। ਆਪਾਂ ਨੂੰ ਹੁਣ ਪਤਾ ਲੱਗੂਗਾ ਅੱਗੇ, ਕਿਉਂਕਿ ਆਪਣੇ ਵੀ ਉਹ ਗੱਲ ਆ ਗਈ ਹੈ। ਤਾਂ ਉਹਨੂੰ ਜਦੋਂ ਕਿਹਾ ਵੀ ਤੁਸੀਂ ਜੀ ਸ਼ਰਧਾਂਜਲੀ ਭੇਟ ਕਰੋ, ਉਹਨੇ ਕਿਹਾ ਜੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਪਾਂ ਨੂੰ ਥੋੜਾ ਜਿਹਾ ਆਪਣੀ ਪੀੜ੍ਹੀ ਹੇਠ ਸੁੱਟਾ ਮਾਰਨਾ ਚਾਹੀਦਾ ਕਿ ਅਸੀਂ ਜਾ ਕਿੱਧਰ ਰਹੇ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਸਾਡੇ ਮਾਂ ਪਿਓ ਬਿਮਾਰ ਹੋ ਜਾਂਦੇ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ। ਮਾਂ ਪਿਓ ਦੇ ਕੋਲੇ ਬੈਠਦੇ, ਜਿਵੇਂ ਆਪਣੇ ਹੁੰਦੇ ਤੁਹਾਡੇ ਮਤਲਬ ਅਕੀਦੇ ਹੁੰਦੇ। ਜੇ ਕੋਈ ਸਿੱਖ ਹੈ ਤਾਂ ਉਹ ਕਹਿੰਦੇ ਜੀ ਚਲੋ ਇਹਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ। ਜੇ ਕੋਈ ਹੁੰਦੀ ਹੈ ਤਾਂ ਅਗਲਾ ਕਹਿੰਦਾ ਇਹ ਆਪਣਾ ਹਿੰਦੂ ਹੈ ਤਾਂ ਇਹਨੂੰ ਗੀਤਾ ਸੁਣਾਓ। ਕੋਈ ਕੁਛ ਕਰਦੇ, ਕੁਛ ਕਰਕੇ ਉਹ ਮਤਲਬ ਵੀ ਸਾਰਾ ਜਿਹੜਾ ਜਦੋਂ ਬੱਚੇ ਕੋਲੇ ਹੁੰਦੇ, ਆਂਢੀ ਗੁਆਂਢੀ ਹੁੰਦੇ, ਬੰਦੇ ਦਾ ਪਤਾ ਕਿ ਇਹਨੇ ਜਾਣਾ ਹੈ, ਲੇਕਿਨ ਉਹਨੂੰ ਹੌਸਲਾ ਉਹ ਕਿਸੇ ਨਾ ਕਿਸੇ ਕਿਸਮ ਦਾ ਦੇ ਹੀ ਰੱਖਦੇ ਸੀ। ਹੁਣ ਉਹ ਸੱਜਣ ਨੇ ਗੱਲ ਕਹੀ, ਕਹਿੰਦਾ ਵੀ ਹੁਣ ਅਸੀਂ ਹਾਲਾਤ ਕਿੱਥੇ ਪਹੁੰਚ ਗਏ। ਸਾਡੇ ਮਾੜੇ ਸਿਸਟਮ ਨੇ ਸਾਨੂੰ ਕਿੰਨਾ ਅਪੰਗ ਬਣਾਤਾ, ਸਾਨੂੰ ਕਿੰਨੇ ਵਿਚਾਰੇ ਤੇ ਕਿੰਨੇ ਸਾਨੂੰ ਮਤਲਬ ਜਿਹੜੇ ਹੈਗੇ ਹੈ ਤਰਸ ਦੇ ਪਾਤਰ ਬਣਾਤਾ। ਉਹਦੀ ਨੇ ਇੱਕ ਮਿਸਾਲ ਦਿੱਤੀ, ਕਹਿੰਦੇ ਰੁਜ਼ਗਾਰ ਮਿਲਦਾ ਨਹੀਂ ਪੰਜਾਬ 'ਚ, ਨਹੀਂ ਦਵਾ ਸਾਡੇ ਜਿਹੜੇ ਹੈਗੇ ਆ ਬਾਹਰ ਤੁਰੇ ਜਾਂਦੇ, ਜਿਹੜੇ ਸਾਡੀ ਨੌਜਵਾਨ ਪੀੜ੍ਹੀ ਉਹ ਬਾਹਰ ਨੂੰ ਜਾ ਰਹੀ ਹੈ। ਆਈਲੈਟਸ ਕਰੋ ਜੀ, ਥੋੜਾ ਬਹੁਤਾ ਕਰੋ, ਉੱਥੇ ਦਿਹਾੜੀ ਕਰੋ, ਮਜ਼ਦੂਰੀ ਕਰੋ, ਜੋ ਮਰਜ਼ੀ ਕਰੋ ਜੀ, ਟਰੱਕ ਚਲਾਓ ਜੀ। ਉਹ ਕਹਿੰਦੇ ਜੀ ਇਹ ਸਿਸਟਮ ਨਾਲ ਥੋੜਾ ਸਿਸਟਮ ਚੰਗਾ ਹੈ। ਉਧਰੋਂ ਜੀ ਕਹਿੰਦੇ ਫਿਰ ਇਹ ਸੁਨੇਹਾ ਚਲਾ ਜਾਂਦਾ, ਟੈਲੀਫੋਨ ਚਲਾ ਜਾਂਦਾ ਕਿ ਬਜ਼ੁਰਗ ਦੀ ਮੌਤ ਹੋ ਗਈ। ਜਿਸ ਕੰਪਨੀ 'ਚ ਕੰਮ ਕਰਦੇ, ਜਿਸ ਥਾਂ ਦੇ ਉੱਥੇ ਛੁੱਟੀ ਨਹੀਂ ਮਿਲਦੀ। ਜੇ ਛੁੱਟੀ ਮਿਲ ਜੂਗੀ ਤਾਂ ਕਈ ਵਾਰੀ ਵੀਜ਼ਾ ਨਹੀਂ ਮਿਲਦਾ, ਜਿਹਦੇ ਕੋਲੇ ਜਿੰਨਾ ਕੋਲੇ ਸਿਟੀਜ਼ਨਸ਼ਿਪ ਹੁੰਦੀ ਹੈ। ਆ ਹੁਣ ਤਾਂ ਖੈਰ ਉਹ ਬਣਾਤਾ ਤੁਹਾਡਾ ਸਰਟੀਫਿਕੇਟ ਜਾਂ ਦੇਣ ਲੱਗੇ। ਪਹਿਲਾਂ ਵੀਜ਼ਾ ਲੈਣਾ ਪੈਂਦਾ ਸੀ ਆਪਣੇ, ਹੁਣ ਤੁਹਾਨੂੰ ਪਤਾ ਹੈ ਅਜੇ ਵੀ ਲੈਣਾ ਪੈਂਦਾ ਜੀ ਇੰਡੀਆ ਦਾ। ਤਾਂ ਆਪਣੇ ਗੁਰਤੇਜ ਜੀ ਦਾ ਜਿਹੜਾ ਹੈ, ਜਿਹਦੀ ਭਾਬੀ ਦੀ ਡੈਥ ਹੋਈ ਹੈ, ਦਰਸ਼ਨ ਸਿੰਘ ਜੀਦਾ ਦੀ ਵਾਈਫ ਸੀ, ਇਹ ਬੰਦੇ ਨੇ ਪੂਰਾ ਜ਼ੋਰ ਲਾਤਾ ਵੀ ਮੈਂ ਜਾਣਾ। ਸੰਸਕਾਰ ਤੇ ਪਹੁੰਚ ਨਹੀਂ ਸਕਿਆ ਸੀ, ਹਾਲਾਂਕਿ ਡੈਡ ਬੋਡੀ ਰੋਕ ਲਈ ਸੀਗੀ। ਸੰਸਕਾਰ ਤੇ ਪਹੁੰਚ ਨਹੀਂ ਸਕਿਆ ਕਿਉਂਕਿ ਵੀਜ਼ਾ ਨਹੀਂ ਮਿਲਿਆ ਸੀ। ਇਹ ਅਮਰੀਕਨ ਸਿਟੀਜ਼ਨ ਸੀ। ਭੋਗ ਵੇਲੇ ਨੂੰ ਵੀ ਜਦੋਂ ਵੀਜ਼ਾ ਮਿਲ ਗਿਆ ਤੇ ਭੋਗ ਭਾਵੇਂ 2 ਦਿਨ ਮਗਰੋਂ ਪਾ ਲਓ ਤੇ ਫੇਰ ਆਪਾਂ ਆ ਜਾਾਂਗੇ। ਉਹ ਇਸ ਤਰ੍ਹਾਂ ਆਇਆ ਸੀ ਜੀ। ਸੋ ਜੋ ਕਹਿੰਦਾ ਜੀ ਹੁਣ ਸਾਡੀ ਪ੍ਰਾਇੋਰਟੀ ਕੀ ਹੈ, ਜਦੋਂ ਬੱਚੇ ਮਾਪਿਆਂ ਦੇ ਸੰਸਕਾਰ ਤੇ ਨਹੀਂ ਆ ਸਕਦੇ। ਸਾਡੇ ਬੱਚਿਆਂ ਦੀ ਪ੍ਰਾਇੋਰਟੀ ਹੁਣ ਇਹ ਹੈ, ਪਹਿਲਾਂ ਤਾਂ ਹੁੰਦਾ ਸੀ ਪਿੰਡ ਦਾ ਸੁਧਾਰ ਕਰੋ, ਸਕੂਲ ਬਣਾ ਦਿਓ, ਸਕੂਲ 'ਚ ਕਮਰੇ ਬਣਾ ਦਿਓ, ਧਰਮਸ਼ਾਲਾ ਵਧੀਆ ਬਣਾ ਦਿਓ, ਸੀਵਰੇਜ ਸਿਸਟਮ ਬਣਾ ਦਿਓ। ਹੁਣ ਕਹਿੰਦੇ ਸਾਡੀ ਅਪਰੋਚ ਕੀ ਹੈ, ਸਾਡੀ ਔਲਾਦ ਦੀ ਉਹਦੀ ਅਪਰੋਚ ਹੁੰਦੀ ਹੈ ਕਿ ਪਿੰਡ ਦੇ ਵਿੱਚ ਮ੍ਰਿਤਕ ਦੇਹ ਸੰਭਾਲ ਘਰ ਬਣਾਇਆ ਜਾਵੇ। ਪਹਿਲਾਂ ਦੇਖ ਲਓ ਮੋਗੇ ਦੇ ਨਾਲ ਸਿੰਘਾਂ ਵਾਲੇ ਪਿੰਡ 'ਚ ਬਣਿਆ ਸੀ ਸਭ ਤੋਂ ਪਹਿਲਾਂ ਸਿੰਘਾਂ ਵਾਲਾ ਬਣਿਆ ਸੀ, ਕਿਉਂਕਿ ਆਪਣੇ ਇਲਾਕੇ 'ਚ ਵੀ ਉਹ ਮ੍ਰਿਤਕ ਦੇਹ ਸੰਭਾਲ ਬਣਾ ਦਿਓ ਕਿ ਜੇ ਕੁੜੀ ਨੂੰ ਜਾਂ ਮੁੰਡੇ ਨੂੰ ਬਾਪੂ ਦੇ ਦਾ ਮੂੰਹ ਵੇਖਣ ਵਾਸਤੇ ਛੁੱਟੀ ਨਹੀਂ ਮਿਲੀ, ਉਹਨੂੰ ਜੋ ਛੁੱਟੀ ਮਿਲੂਗੀ ਉਨੀ ਦੇਰ ਤੱਕ ਡੈਡੋ ਵੱਡੀ ਮ੍ਰਿਤਕ ਸੰਭਾਲ ਕਰ ਰੱਖ ਦਿਓ। ਹਾਲਾਤ ਤਾਂ ਇਹ ਬਣੇ ਹੋਏ, ਅਸੀਂ ਕੀ ਕਰਾਂਗੇ। ਢਿੱਲੋਂ ਸਾਹਿਬ ਕਹਿੰਦੇ ਵੀ ਜੇ ਹੀ ਸਰਕਾਰਾਂ ਚੰਗੀਆਂ ਹੁਣ ਕੀ ਦਾ ਬੇਘਰ। ਬਿਲਕੁਲ ਸਿਸਟਮ, ਜਿਹੜਾ ਸਿਸਟਮ ਦੀ ਗੱਲ ਹੈ। ਹੁਣ ਜੇ ਆਪਾਂ ਦੇਖੀਏ ਸਿਸਟਮ, ਮੈਂ ਹੁਣ ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ। ਨਿਊਜ਼ੀਲੈਂਡ ਦੇ ਵਿੱਚ ਕੀ ਚੀਜ਼ ਹੈ? ਨਿਊਜ਼ੀਲੈਂਡ ਦੇ ਵਿੱਚ ਸਿਰਫ 2 ਚੀਜ਼ਾਂ ਹੈ, ਮਾਸ ਤੇ ਦੁੱਧ। ਹੋਰ ਤਾਂ ਇਹ ਤੋਂ ਵੱਧ ਕੁਛ ਨਹੀਂ ਹੁੰਦਾ। ਹੁਣ ਫਲ ਫਰੂਟ ਆ ਗਿਆ, ਫਲ ਫਰੂਟ ਆ ਗਿਆ, ਵਾਤਾਵਰਨ ਵਧੀਆ ਹੈ, ਰਹਿਣ ਸਹਿਣ ਵਾਸਤੇ ਚੰਗਾ। ਲੇਕਿਨ ਉੱਥੋਂ ਦੇ ਲੋਕ ਵੀ ਜਿਹੜੇ ਸਾਡੇ ਨਾਲੋਂ ਕਿੱਥੇ ਖੁਸ਼ਹਾਲ ਤੇ ਸੁਖੀ ਹੈ।
ਖੁਸ਼ ਵੀ ਹੈ। ਨਾਲ ਟਾਪੂ ਦੇਸ਼ ਹੈ, ਟਾਪੂ ਦੇਸ਼ ਉਹ ਦੁਨੀਆ ਦੇ ਇੱਕ ਕੋਨੇ ਜਿਹੇ ਚ ਨੇੜੇ ਨਹੀਂ ਤੇੜੇ ਨਹੀਂ। ਕਾਰਨ ਕੀ ਹੈ ਕਿ ਉਹਨਾਂ ਕੋਲ ਇੱਕ ਸਿਸਟਮ ਹੈ। ਸਾਡੇ ਕੋਲੇ ਹਰ ਕਿਸਮ ਦਾ ਜਿਹੜਾ ਹੈਗਾ ਮੌਸਮ ਹੈ ਜੀ, ਸਾਡੇ ਕੋਲੇ ਹਰ ਕਿਸਮ ਦੀ ਧਰਤੀ ਹੈ। ਸਾਡੀ ਧਰਤੀ ਉਹ ਜਿਸ ਧਰਤੀ ਦੇ ਵਿੱਚ ਕਹਿੰਦੇ ਬੰਦੇ ਵੀ ਹਰੇ ਹੋ ਜਾਂਦੇ, ਲੇਕਿਨ ਇਹਦੇ ਬਾਵਜੂਦ ਅਸੀਂ ਮਰ ਰਹੇ ਹਾਂ। ਕਿਉਂ ਮਰ ਰਹੇ ਹਾਂ ਜੀ? ਲਾਕਡਾਊਨ ਲੱਗ ਗਿਆ ਜੀ, ਲਾਕਡਾਊਨ ਲੱਗ ਗਿਆ, ਘਰਾਂ ਨੂੰ ਜਾਣ, ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਪੈਦਲ ਤੋਰਤਾ। ਤਪਦੀ ਆ ਦੇਖ ਲਓ ਕਿੰਨੀ ਗਰਮੀ ਹੈ, ਤੇ ਕੱਚੇ ਰਾਹ ਤੇ ਤੁਰਿਆ ਜਾਂਦਾ, ਤੇ ਲੁੱਕ ਤੇ ਤੁਰੇ ਆ ਵਿਚਾਰੇ। ਠੀਕ ਹੈ, ਲੁੱਕ ਤੇ ਤੁਰੇ, ਉਹਨਾਂ ਦਾ ਬੈਂਕ ਕਿੰਨੇ ਲੋਕ ਰਾਹ ਜਾਂਦੇ ਮਰ ਗਏ। ਪਰ ਇਧਰ ਕੀ ਹੈ, ਉਹਨਾਂ ਦਿਨਾਂ ਤੋਂ ਲੈ ਕੇ ਤੁਸੀਂ ਅੱਜ ਤੱਕ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਰਿਕਾਰਡ ਕੱਢ ਕੇ ਦੇਖ ਲਓ, ਉਹਨਾਂ ਦੀ ਇਨਕਮ ਦੇ ਵਿੱਚ ਲਗਾਤਾਰ ਵਾਧਾ। ਉਹ ਤਾਂ ਦੁੱਗਣੇ ਤਗੜੇ 5 ਗੁਣਾ ਹੋ ਗਏ। ਹਾਂਜੀ, ਉਹਨਾਂ ਨੇ ਤਾਂ ਜਹਾਜ਼ ਚੱਕਿਆ, ਉੱਡ ਗਏ ਬਿਲਕੁਲ ਜੀ। ਬਿਲਕੁਲ, ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਲਾਈਵ ਜੁੜੇ ਹੋਏ। ਮੇਰੀ ਗੁਜ਼ਾਰਿਸ਼ ਹੈ ਜੀ, ਇਹ ਪ੍ਰੋਗਰਾਮ ਤੁਹਾਨੂੰ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੀ ਸੁਣਨ ਨੂੰ ਮਿਲਦਾ, ਸੋ ਉਹਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਨੇ। ਚਰਚਾ ਚੱਲ ਰਹੀ ਹੈ ਭਾਰਤ ਦੀਆਂ, ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ। ਢਿੱਲੋਂ ਸਾਹਿਬ, ਪਹਿਲਾਂ ਤਾਂ ਆਮ ਲੋਕ ਮਰੇ ਸੀ, ਪਰ ਇਸ ਦੌਰ ਦੇ ਵਿੱਚ ਇੱਕ ਬੜੀ ਹੈਰਾਨੀ ਦੀ ਗੱਲ ਹੈ, ਵੱਡੀਆਂ ਵੱਡੀਆਂ ਸ਼ਖਸੀਅਤਾਂ, ਹਾਈ ਕੋਰਟ ਦੇ ਜੱਜ, MLA, ਮੰਤਰੀ, ਰਾਈਟਰ, ਹੁਣ ਇਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਅਕਾਲ ਚਲਾਣੇ ਦੀਆਂ। ਲੇਟੈਸਟ ਕਿ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ, ਉਹ ਵੀ ਕਰੋਨਾ ਦਾ ਸ਼ਿਕਾਰ ਹੋ ਗਏ। ਬਿਲਕੁਲ, ਚੌਧਰੀ ਅਜੀਤ ਸਿੰਘ ਜੀ, ਕਿਸਾਨਾਂ ਦੇ ਮਸੀਹਾ ਜਾਣੇ ਜਾਂਦੇ, ਚੌਧਰੀ ਚਰਨ ਸਿੰਘ ਦਾ ਸੁਪੁੱਤਰ ਜੀ। ਔਰ ਚੌਧਰੀ ਚਰਨ ਸਿੰਘ ਮੇਰਾ ਖਿਆਲ ਹੈ ਦੇਸ਼ ਦਾ ਇੱਕ ਅਜਿਹਾ ਲੀਡਰ ਹੈ ਜਿਹਦਾ ਸੰਸਕਾਰ ਦਿੱਲੀ 'ਚ ਹੋਇਆ ਸੀ ਜੀ। ਔਰ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ, ਉਸ ਸੰਸਕਾਰ ਨੂੰ ਕਿਸਾਨ ਘਾਟ ਜੀ ਦਾ ਨਾਂ ਦਿੱਤਾ ਗਿਆ। ਔਰ ਜਦੋਂ ਵੀ ਕੋਈ ਅੰਦੋਲਨ ਵਗੈਰਾ ਜਾਂਦਾ, ਲੋਕ ਜਾਂਦੇ ਆ ਉਧਰ ਨੂੰ ਕਿ ਚੌਧਰੀ ਚਰਨ ਸਿੰਘ ਦੇ ਜਿਹੜਾ ਹੈਗਾ ਬੁੱਤ ਦੇ ਉੱਤੇ ਅਸੀਂ ਹਾਰ ਪਾ ਕੇ ਆਉਣਾ ਤੇ ਆਪਣਾ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ, ਉਹਨਾਂ ਤੋਂ ਪ੍ਰੇਰਨਾ ਲੈਣੀ ਹੈ। ਬੰਦਾ ਜੀ ਇਹ ਯੂਨੀਵਰਸਿਟੀ 'ਚ ਪੜ੍ਹਿਆ, ਫਿਰ ਇਹਨੇ IIT ਖੜਗਪੁਰ ਦੇ ਵਿੱਚੋਂ ਵੀ ਪੜ੍ਹਾਈ ਕੀਤੀ। ਚੰਗਾ ਪੜ੍ਹਿਆ ਲਿਖਿਆ ਜੀ। ਜਾ ਕੇ ਵਿਦੇਸ਼ ਦੇ ਵਿੱਚ ਨੌਕਰੀ ਕੀਤੀ, ਸ਼ਾਇਦ ਅਮਰੀਕਾ ਚਲਾ ਗਿਆ ਸੀ, ਲੰਬਾ ਸਮਾਂ ਉੱਥੇ ਰਿਹਾ ਸੀ। ਫਿਰ ਇਹਨੇ ਸੋਚਿਆ ਕਿ ਬਾਪ ਦੀ ਜਿਹੜੀ ਪੋਲੀਟਿਕਸ ਹੈ, ਜਿਹੜੀ ਬਾਪ ਦੀ ਵਿਰਾਸਤ ਆ, ਉਹਨੂੰ ਸੰਭਾਲਿਆ ਜਾਵੇ ਜੀ। ਚੌਧਰੀ ਚਰਨ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਵਾਸਤੇ ਇੰਡੀਆ 'ਚ ਆਇਆ। ਇੰਡੀਆ 'ਚ ਆ ਕੇ ਸਭ ਤੋਂ ਪਹਿਲਾਂ ਇਹ ਰਾਜ ਸਭਾ ਦਾ ਮੈਂਬਰ ਬਣਿਆ ਜੀ। ਕਈ ਵਾਰੀ ਇਹ ਪਾਰਲੀਮੈਂਟ ਦਾ ਮੈਂਬਰ ਬਣਿਆ ਗਿਆ, 6-7 ਵਾਰੀ ਇਹ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਸੀ ਜੀ। ਜਦੋਂ 1990 ਦੇ ਵਿੱਚ 1999 ਦੇ ਵਿੱਚ ਅਸੀਂ BP ਸਿੰਘ ਦੀ ਸਰਕਾਰ ਬਣਦੀ ਹੈ। ਹਾਂਜੀ, ਪਹਿਲੀ ਵਾਰ BP ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਬਣੇ। BP ਸਿੰਘ ਦੀ ਸਰਕਾਰ ਤੋਂ ਬਾਅਦ ਫਿਰ ਅੱਗੇ ਆਉਂਦੀ ਹੈ ਨਰਸਿਮਹਾ ਰਾਓ ਦੀ ਸਰਕਾਰ ਜੀ। ਉਦੋਂ ਇਹਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ, ਤੇ ਫਿਰ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਡਾਕਟਰ ਮਨਮੋਹਨ ਸਿੰਘ ਵੀ ਮੰਤਰੀ ਹੁੰਦੇ ਸੀ, ਤੇ ਇਹ ਵੀ ਮੰਤਰੀ ਬਣਿਆ। ਪਿਛਲੇ ਸਮੇਂ ਤੋਂ ਬਿਮਾਰ ਵੀ ਰਹਿਣ ਲੱਗ ਪਿਆ ਸੀ, ਲੇਕਿਨ ਜਿਹੜੀਆਂ ਪਿੱਛੇ ਜਿਹੇ ਇਲੈਕਸ਼ਨਾਂ ਹੋਈਆਂ, ਤੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਟ੍ਰੈਡੀਸ਼ਨਲ ਹਲਕਾ, ਪਰਿਵਾਰਕ ਹਲਕਾ ਬਾਗਪਤ ਜੀ, ਇਹ ਉੱਥੋਂ ਖੜਾ ਹੋ ਗਿਆ ਸੀ। ਇਹਨਾਂ ਦਾ ਬੇਟਾ ਜਯੰਤ ਚੌਧਰੀ ਉਹ ਖੜਾ ਹੋ ਗਿਆ ਸੀ ਮਥੁਰਾ ਤੋਂ ਜੀ। ਪਰ ਉਦੋਂ ਜਿਹੜੀ ਇਹ ਟਕੈਤ ਫੈਮਿਲੀ ਹੈ, ਜਿਹੜੇ ਅੱਜ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੈ, ਟਕੈਤ ਫੈਮਿਲੀ ਦੀ ਨੇੜਤਾ ਹੋ ਗਈ ਸੀ BJP ਦੇ ਨਾਲ ਜੀ। ਔਰ ਕਿਉਂਕਿ ਕਿਸਾਨੀ ਦੇ ਉੱਤੇ ਪ੍ਰਭਾਵ ਸੀ, ਇਹਨਾਂ ਨੇ BJP ਦੀ ਮਦਦ ਕੀਤੀ, ਤੇ ਨਤੀਜਾ ਕੀ ਹੋਇਆ ਸੀ ਕਿ ਚੌਧਰੀ ਅਜੀਤ ਸਿੰਘ ਵੀ ਤੇ ਜਯੰਤ ਚੌਧਰੀ ਇਹ ਦੋਨੋਂ ਹਾਰ ਗਏ ਸੀ ਜੀ। ਔਰ ਉਹਨਾਂ ਦੇ ਹਾਰਨ ਤੋਂ ਬਾਅਦ ਫਿਰ ਇਹ ਹੈ ਮਤਲਬ ਥੋੜਾ ਜਿਹਾ ਹਾਸ਼ੀਏ ਤੇ ਚਲੇ ਗਏ ਸੀ। ਲੇਕਿਨ ਹੁਣ ਜਦੋਂ ਕਿਸਾਨ ਅੰਦੋਲਨ ਖੜਾ ਹੋਇਆ ਜੀ, ਉਸ ਕਿਸਾਨ ਅੰਦੋਲਨ ਨੂੰ ਬੁਲੰਦੀ ਦੇ ਵਿੱਚ ਲਿਜਾਣ ਵਾਸਤੇ ਜਿਹੜਾ ਗ੍ਰਾਸ ਰੂਟ ਲੈਵਲ ਤੇ ਕੰਮ ਕੀਤਾ ਹੈ। ਜਯੰਤ ਚੌਧਰੀ ਦਾ ਜਵਾਨ ਬੰਦਾ, ਚਲੋ ਤਾਂ ਕਰ ਹੀ ਰਿਹਾ ਨਿਚਲੇ ਪੱਧਰ ਦੇ ਉੱਤੇ। ਚੌਧਰੀ ਅਜੀਤ ਸਿੰਘ ਨੇ ਵੀ ਕਾਫੀ ਕੰਮ ਕੀਤਾ ਸੀ। ਹੁਣ ਇਸ ਵੇਲੇ ਤੁਹਾਨੂੰ ਪਤਾ ਵੀ ਇੱਕ ਜਿਹੜੀ ਖਤਰਨਾਕ ਬਿਮਾਰੀ ਹੈ ਜੀ, ਬਿਮਾਰੀ ਦੇ ਵਿੱਚ ਇਹ ਵੀ ਬਿਮਾਰ ਹੋ ਗਏ, ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਔਰ ਇਹਨਾਂ ਦੀ ਜਿਹੜੀ ਸੂਚਨਾ ਵੀ ਹੈ ਇਹਨਾਂ ਦੇ ਬੇਟੇ ਨੇ ਜਯੰਤ ਚੌਧਰੀ ਨੇ ਦਿੱਤੀ ਹੈ, ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਜੀ। ਚੌਧਰੀ ਚਰਨ ਸਿੰਘ ਦਾ ਪੁੱਤਰ ਹੋਵੇ, ਆਪਣੇ ਪਰਿਵਾਰਕ ਵਿਰਸਾ ਜਿਹੜਾ ਹੈ ਕਿਸਾਨੀ ਦੀ ਮੂਵਮੈਂਟ ਨੂੰ ਲੈ ਕੇ ਉਹ ਅੱਗੇ ਤੁਰੇ ਹੈ। ਤੀਜੀ ਪੀੜ੍ਹੀ ਜਾ ਰਹੀ ਹੈ ਜੀ। ਤੀਜੀ ਪੀੜ੍ਹੀ ਜਾ ਰਹੀ ਹੈ, ਤੇ ਤੀਜੀ ਪੀੜ੍ਹੀ ਕਰਕੇ ਅਸੀਂ ਉਹਨਾਂ ਦਾ ਇੱਜ਼ਤ ਵੀ ਕਰਦੇ ਹਾਂ, ਸਤਿਕਾਰ ਵੀ ਕਰਦੇ ਹਾਂ। ਔਰ ਇਸ ਮੌਕੇ ਦੇ ਉੱਤੇ ਉਹਨਾਂ ਦੀ ਬੜੀ ਲੋੜ ਸੀ ਜੀ। ਸੋ ਇਸ ਦੁਨੀਆ 'ਚ ਨਹੀਂ ਰਹੇ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਔਰ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਤੇ ਨਾਲ ਹੀ ਕਾਮਨਾ ਕਰਦੇ ਹਾਂ ਕਿ ਜਿਹੜਾ ਰਾਹ ਉਹਨਾਂ ਦੇ ਬਾਪ ਨੇ ਦਿਖਾਇਆ ਸੀ, ਉਸੇ ਰਾਹ ਦੇ ਮੁਤਾਬਕ ਕਿਸਾਨ ਅੰਦੋਲਨ ਬੁਲੰਦੀਆਂ ਤੇ ਪਹੁੰਚੇ। ਚਲੋ ਸਾਹਿਬ, ਮੈਂ ਬੜਾ ਹੈਰਾਨ ਹੈ, ਇੱਕ ਬੀਬੀ ਦਾ ਤਾਂ ਅਕਾਊਂਟ ਬੰਦ ਹੋ ਗਿਆ, ਚਲੋ ਉਹ ਤਾਂ 2 ਦਿਨ ਹੋ ਗਏ ਨਹੀਂ ਬੋਲ ਸਕੀ। ਇੱਕ ਉਹਦੀ ਭੈਣ ਹੈ, ਮਾਸੀ ਦੀ ਧੀ ਕਹਿ ਸਕਦੇ ਹਾਂ ਆਪਾਂ,
ਫੈਸ਼ਨ ਦੇ ਵਿੱਚ ਜੇ ਆਪਾਂ ਆਖੀਏ ਕਿ ਜੇ ਫਿਲਮਾਂ ਦੇ ਵਿੱਚ ਇੱਕੋ ਜਿਹੀਆਂ ਹੀ ਨੇ ਲਗਭਗ, वो बड़ी रो रो के पिट रही है कि मोदी जी आप कहाँ हो, आपको जिन लोगों ने वोट दिया उनको मारा जा रहा है, पीटा जा रहा है, कत्लेआम किया जा रहा है। पर मां दी धी ये नहीं दसदी कि उत्थे ममता बनर्जी की तो सरकार है नहीं सी, सरकार तो इलैक्शन कमिशन की सी। बड़े वड्डे पद्धर के उत्ते बीजेपी इस चीज़ नूं प्रचार के चल रही है कि देखो जी उत्थे बीजेपी के जिहड़े काडर सी उन्हां दे घर साड़ते, उन्हां दी कुੱਟਮਾਰ हो गई, कत्लेआम हो गया। माड़ी गल है। ਕੇਂਦਰੀ ਮੰਤਰੀ ਜਾਂਦੇ ਨੇ, ਹੁਣ ਉਹਨਾਂ ਨੇ ਵੀ ਦਾਅਵਾ ਕਰਤਾ ਤਸਵੀਰ ਟਵਿੱਟਰ ਤੇ ਪਾ ਕੇ ਕਿ ਜੀ ਮੇਰੇ ਤੇ ਹਮਲਾ ਹੋਇਆ, ਬੰਦੇ ਖੜੇ ਨੇ ਤਸਵੀਰਾਂ ਦੇ ਵਿੱਚ ਦਿਸ ਰਹੇ ਅੱਗੇ ਕੋਈ, ਪਰ ਇਹ ਕੀ ਕਹੋਗੇ, ਕੀ ਹੋ ਰਿਹਾ? ਦੇਖੋ, ਜਿੱਥੋਂ ਤੱਕ ਤਾਂ ਸਵਾਲ ਇਸ ਗੱਲ ਦਾ ਹੈ ਕਿ ਮਮਤਾ ਬੈਨਰਜੀ ਭਾਵੇਂ ਉੱਥੇ ਜਿੱਤ ਗਈ ਜੀ, ਲੇਕਿਨ ਮਮਤਾ ਬੈਨਰਜੀ ਨੇ ਕੱਲ ਓਥ ਲਈ ਹੈ। ਕੱਲ ਓਥ ਲੈਣ ਤੋਂ ਪਹਿਲਾਂ ਉੱਥੇ ਦਾ ਪ੍ਰਬੰਧ ਸਾਰੇ ਦਾ ਸਾਰਾ ਇਲੈਕਸ਼ਨ ਕਮਿਸ਼ਨ ਕੋਲੇ ਸੀ ਜੀ। ਔਰ ਇਲੈਕਸ਼ਨ ਕਮਿਸ਼ਨ ਦੀ ਜਿਵੇਂ ਮਦਰਾਸ ਹਾਈ ਕੋਰਟ ਨੇ ਖਚਾਈ ਕੀਤੀ ਹੈ ਕਿ ਜ਼ਿੰਮੇਵਾਰੀ ਤੁਹਾਡੀ ਹੈ, ਤੁਸੀਂ ਜਿਹੜਾ ਹੈਗਾ ਮਾਹੌਲ ਨੂੰ ਠੀਕ ਰੱਖਣਾ, ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਜੀ। ਇਲੈਕਸ਼ਨ ਕਮਿਸ਼ਨ ਨੇ ਡੀਜੀਪੀ ਵੀ ਬਦਲਤਾ ਸੀ, ਸਾਰਾ ਕੁਝ। ਇਲੈਕਸ਼ਨ ਕਮਿਸ਼ਨ ਨੇ ਆਈਜੀ ਵੀ ਬਦਲਤਾ ਸੀ, ਉਹਨਾਂ ਦਾ ਆਪਣਾ ਜਿਹੜਾ ਸੀ ਸਾਰਾ ਸਿਲਸਿਲਾ, ਉਸ ਸਿਲਸਿਲੇ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਸੀ ਜੀ। ਚਲੋ, ਹੁਣ ਉੱਥੇ ਵਾਇਲੈਂਸ ਦੀਆਂ ਘਟਨਾਵਾਂ ਹੋਈਆਂ, ਇਲੈਕਸ਼ਨ ਬੰਦ ਹੋਏ ਤੇ ਨਾਲ ਦੀ ਨਾਲੇ ਹੋ ਗਏ। ਪਹਿਲੀ ਵਾਰ ਨਹੀਂ ਹੋਇਆ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਕੰਮ ਬਹੁਤ ਪੁਰਾਣਾ ਚੱਲਦਾ, ਹਿੰਸਾ ਦੀਆਂ ਕਾਰਵਾਈਆਂ ਹੁੰਦੀਆਂ ਜੀ। ਜਿਸ ਵੇਲੇ ਗਨੀ ਖਾਨ ਚੌਧਰੀ ਹੁੰਦਾ ਸੀ ਜਾਂ ਸਿਧਾਰ ਸ਼ੰਕਰ ਰੇ ਹੁੰਦਾ ਸੀ, ਕਾਂਗਰਸ ਪਾਰਟੀ ਦੀ ਹਕੂਮਤ ਹੁੰਦੀ ਸੀ, ਉਦੋਂ ਵੀ ਵਾਇਲੈਂਸ ਹੁੰਦੀ ਸੀ। ਉਹ ਤੋਂ ਬਾਅਦ 3 ਦਹਾਕਿਆਂ ਤੋਂ ਉੱਪਰ ਉੱਥੇ ਮਾਰਕਸੀ ਪਾਰਟੀ ਦਾ ਰਾਜ ਭਾਗ ਗਿਆ, ਉਦੋਂ ਵੀ ਵਾਇਲੈਂਸ ਹੁੰਦੀ ਸੀ। ਔਰ ਫਿਰ ਜਿਹੜਾ ਹੈਗਾ ਤੁਹਾਡਾ ਮਮਤਾ ਬੈਨਰਜੀ ਦਾ ਰਾਜ ਭਾਗ ਆਇਆ ਤੇ ਉਹਦੇ ਵਿੱਚ ਵੀ ਉਹ ਸਿਲਸਿਲਾ ਉਵੇਂ ਹੀ ਚੱਲਦਾ ਹੈ। ਜੇ ਅੱਜ 77 ਸੀਟਾਂ ਬੀਜੇਪੀ ਨੂੰ ਮਿਲਦੀਆਂ ਜੀ, ਇਹ 77 ਸੀਟਾਂ ਦਾ ਆਪਾਂ ਜੇ ਹਿਸਾਬ ਕਿਤਾਬ ਲਾਈਏ ਤਾਂ ਇਹ ਜਿਹੜੀਆਂ ਵੋਟਾਂ ਮਿਲੀਆਂ ਇਹ ਵੋਟਾਂ ਕੋਈ ਬੀਜੇਪੀ ਦੀਆਂ ਨਹੀਂ ਹੈਗੀਆਂ। ਜਿੰਨਾ ਵੋਟ ਜਿਹੜਾ ਮਮਤਾ ਬੈਨਰਜੀ ਦਾ ਵੋਟ ਬੈਂਕ ਜਿੰਨਾ ਸੀ ਉਹਨੂੰ ਉਦੋਂ ਵੱਧ ਵੋਟਾਂ ਮਿਲ ਗਈਆਂ। ਤੇ ਜ਼ਿਆਦਾਤਰ ਫਿਰ ਜਿਹੜਾ ਇਹ ਡੈਂਟ ਕਿੱਥੇ ਪਿਆ, ਡੈਂਟ ਜਾਂ ਤਾਂ ਲੈਫਟ ਵਾਲਿਆਂ ਦੇ ਪਿਆ ਤੇ ਜਾਂ ਕਾਂਗਰਸ ਵਾਲਿਆਂ ਦਾ ਪਿਆ ਜੀ, ਉਧਰ ਨੂੰ ਗਿਆ ਸਾਰਾ ਕੁਝ। ਇਸ ਕਰਕੇ ਜਿੱਥੋਂ ਜਿੱਥੋਂ ਬੀਜੇਪੀ ਵਾਲੇ ਜਿੱਤੇ ਹੈ, ਮਮਤਾ ਬੈਨਰਜੀ ਦਾ ਇਲਜ਼ਾਮ ਹੈ ਕਿ ਜਿੱਥੋਂ ਜਿੱਥੋਂ ਬੀਜੇਪੀ ਵਾਲੇ ਜਿੱਤੇ ਹੈ ਇਹ ਹਿੰਸਾ ਦੀਆਂ ਘਟਨਾਵਾਂ ਉੱਥੋਂ ਵੀ ਹੋ ਰਹੀਆਂ। ਪਰ ਤੁਸੀਂ ਮੰਜ਼ਰ ਦੇਖੋ ਕਿ ਹੋਈ ਕਿ ਹਿੰਸਾ ਦੀਆਂ ਘਟਨਾਵਾਂ ਹੋਣ ਲੱਗੀਆਂ। ਗਵਰਨਰ ਸਾਹਿਬ ਬੀਬੀ ਮਮਤਾ ਬੈਨਰਜੀ ਨੂੰ ਸਹੁੰ ਵੀ ਚੁਕਾਉਂਦੇ ਤੇ ਇੱਕ ਗੱਲ ਕਹਿੰਦੇ ਜੀ ਕਿ ਰਾਜ ਧਰਮ ਨਿਭਾਉਣਾ ਸਿੱਖੋ ਜੀ। ਔਰ ਉਹ ਨਾਲ ਕਹਿੰਦੇ ਕਿ ਮੈਨੂੰ ਪ੍ਰਧਾਨ ਮੰਤਰੀ ਨੇ ਫੋਨ ਕੀਤਾ। ਹਿੰਸਾ ਦੀਆਂ ਘਟਨਾਵਾਂ ਤਾਂ ਬੜੇ ਸੂਬਿਆਂ ਦੇ ਵਿੱਚ ਹੁੰਦੀਆਂ, ਇਹ ਪਹਿਲਾ ਮੌਕਾ ਹੈ ਕਿ ਪ੍ਰਧਾਨ ਮੰਤਰੀ ਗਵਰਨਰ ਨੂੰ ਟੈਲੀਫੋਨ ਕਰਕੇ ਪੁੱਛਦਾ ਜੀ ਕਿ ਤੁਸੀਂ ਦੱਸੋ। ਫਿਰ ਤੁਸੀਂ ਦੇਖੋ ਕਿ ਗਵਰਨਰ ਤੋਂ ਹੋਮ ਮਿਨਿਸਟਰੀ ਜਿਹੜੀ ਹੈਗੀ ਹੈ ਰਿਪੋਰਟ ਮੰਗਦੀ ਹੈ। ਜਿਹੜਾ ਹੋਮ ਸੈਕਟਰੀ ਹੈ, ਹੋਮ ਸੈਕਟਰੀ ਉੱਪਰੋਂ ਥਲੀ 2 ਚਿੱਠੀਆਂ ਲਿਖਦਾ ਹੈ ਤੁਹਾਡੀ ਬੰਗਾਲ ਦੀ ਸਰਕਾਰ ਨੂੰ ਜੀ। ਉਹ ਮੇਰਾ ਖਿਆਲ ਹੈ ਵੀ ਚੀਫ ਸੈਕਟਰੀ ਨੂੰ ਲਿਖੀਆਂ ਹੋਣਗੀਆਂ। ਉਹ ਕਹਿੰਦਾ ਵੀ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੋ, ਤੁਸੀਂ ਦੱਸੋ ਇਹਨੂੰ ਕੰਟਰੋਲ ਕਿਉਂ ਨਹੀਂ ਕਰਦੇ। ਹੁਣ ਇੱਕ 4 ਮੈਂਬਰੀ ਟੀਮ ਭੇਜਤੀ, ਕਹਿੰਦੇ ਜੀ ਇਹ ਮੌਕੇ ਤੇ ਜਾਊਗੀ। ਐਡੀਸ਼ਨਲ ਜਿਹੜਾ ਗ੍ਰਹਿ ਸਕੱਤਰ ਉਹਦੀ ਅਗਵਾਈ ਦੇ ਵਿੱਚ, ਤੇ ਉਹ ਟੀਮ ਆ ਕੇ ਮਿਲਦੀ ਕਿਹਨੂੰ ਹੈ ਜੀ? ਉਹ ਮਿਲਦੀ ਹੈ ਖਵਾਜੇ ਦਾ ਗਵਾਹ ਡੱਡੂ, ਗਵਰਨਰ ਨੂੰ ਮਿਲਦੀ ਹੈ। ਗਵਰਨਰ ਨਾਲ ਮੀਟਿੰਗ ਕਰ ਰਹੀ ਹੈ ਔਰ ਇਲਜ਼ਾਮ ਜਿਹੜੇ ਲਾਏ ਜਾ ਰਹੇ ਹੈ, ਕਹਿੰਦੇ ਜੀ ਇਹ ਤਾਂ ਮਮਤਾ ਬੈਨਰਜੀ ਕਰਦੀ ਹੈ। ਮਮਤਾ ਬੈਨਰਜੀ ਤਾਂ ਜੇ ਕੱਲ੍ਹ ਆਈ ਹੈ। ਔਰ ਉਹ ਤੋਂ ਬਾਅਦ ਹੁਣ ਉਹ ਜਿਹੜਾ ਇਲਜ਼ਾਮ ਇਹ ਵੀ ਲੱਗ ਰਿਹਾ ਕਿ ਅਸਲ ਦੇ ਵਿੱਚ ਇੱਥੇ ਰਾਸ਼ਟਰਪਤੀ ਰਾਜ ਲਾਉਣ ਦੀ ਤਿਆਰੀ ਹੋ ਰਹੀ ਹੈ। ਵੋਟਾਂ ਦੇ ਵਿੱਚ ਤਾਂ ਲੋਕਾਂ ਨੇ ਜਿੱਤਣ ਨਹੀਂ ਦਿੱਤਾ, ਫਤਵਾ ਉਲਟ ਦਿੱਤਾ। ਹੁਣ ਲੋਕਾਂ ਦੇ ਫਤਵੇ ਨੂੰ ਉਲਟਾਇਆ ਕਿਵੇਂ ਜਾਵੇ ਜੀ? ਆਹ ਰੌਲਾ ਹੈ। ਉਹ ਹੈ ਤੇ ਉਲਟਾਇਆ ਕਿਵੇਂ ਜਾਵੇ? ਇਹ ਮੰਗ ਸਿੱਧੀ ਕੀਤੀ ਜਾ ਰਹੀ ਹੈ ਵੀ ਰਾਸ਼ਟਰਪਤੀ ਰਾਜ ਲਾਓ। ਇਹ ਤਾਂ ਭਾਰਤੀ ਜਨਤਾ ਪਾਰਟੀ ਨੇ ਪਟੀਸ਼ਨ ਵੀ ਪਾਤੀ ਸੀ। ਅੱਛਾ, ਪਟੀਸ਼ਨ ਪਾ ਕੇ ਵੀ ਮੰਗ ਕੀਤੀ ਹੈ ਸੀਬੀਆਈ ਨੂੰ ਦੇ ਦਿਓ। ਸੀਬੀਆਈ ਤਾਂ ਹੁਣ ਮਮਤਾ ਬੈਨਰਜੀ ਨੇ ਪਹਿਲਾਂ ਹੀ ਬੈਨ ਲਾਇਆ ਹੋਇਆ ਹੈ ਕਿ ਸੀਬੀਆਈ ਜਿਹੜੀ ਹੈ ਸਟੇਟ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਇੱਥੇ ਵੜ ਨਹੀਂ ਸਕਦੀ। ਉਹ ਹੁਣ ਸਿੱਧੀ ਨਹੀਂ ਲਾ ਸਕਦੇ। ਹਾਈ ਕੋਰਟ ਨੂੰ, ਅਦਾਲਤ ਨੂੰ ਕਿਹਾ, ਸੁਪਰੀਮ ਕੋਰਟ ਨੂੰ ਕਿਹਾ, ਉਧਰ ਨੂੰ ਗਏ ਵੇ। ਹੁਣ ਇੱਕ ਮਕਸਦ ਕੀ ਹੈ? ਮਕਸਦ ਇਹ ਹੈ ਕਿ ਜਿਵੇਂ ਗੋਆ, ਕਰਨਾਟਕਾ ਤੇ ਮੱਧ ਪ੍ਰਦੇਸ਼ ਦੇ ਵਿੱਚ ਕੀਤਾ ਹੈ ਜੀ, ਤੇ ਮਹਾਰਾਸ਼ਟਰ ਦੇ ਵਿੱਚ ਵੀ ਕੀਤਾ ਸੀ, ਉੱਥੇ ਫੇਲ ਹੋ ਗਏ। ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਪਤਾ ਰਾਸ਼ਟਰਪਤੀ ਰਾਜ ਲਾਗੂ ਕਰਤਾ ਸੀ, ਰਾਤੋਂ ਰਾਤ ਸਹੁੰ ਚੁਕਾਤੀ ਸੀ। ਤੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਆਪਰੇਸ਼ਨ ਕੀਤਾ ਲੋਟਸ ਜੀ, ਉਹਦੇ ਚ ਅਜੀਤ ਪਵਾਰ ਨੂੰ ਪੱਟ ਲਿਆ। ਰਾਹਤ ਨੂੰ ਰਾਸ਼ਟਰਪਤੀ ਨੂੰ ਉਠਾ ਕੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਖਤਮ ਕਰਾਇਆ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਵਰਨਰ ਤੋਂ ਸਹੁੰ ਵੀ ਚੁਕਵਾਤੀ। ਇਹ ਵੱਖਰੀ ਗੱਲ ਹੈ ਕਿ ਐਮਐਲਏ ਨਾਲ ਨਹੀਂ ਤੇ ਉਹ ਆਪਦਾ ਬਹੁਤ ਮਤ ਨਹੀਂ ਸਾਬਤ ਕਰ ਸਕੇ ਤੇ ਫਿਰ ਥੁੱਕਾ ਚੱਟਣਾ ਪੈ ਗਿਆ, ਅਸਤੀਫਾ ਦੇਣਾ ਪੈ ਗਿਆ।
ਇਹ ਸਾਰਾ ਕੁਛ ਹੈ। ਹੁਣ ਉੱਥੇ ਵੀ ਕੀ ਅਪਰੋਚ ਹੈ? ਉੱਥੇ ਅਪਰੋਚ ਇਹ ਹੈ ਕਿ ਮਮਤਾ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਮਮਤਾ ਬੈਨਰਜੀ ਦੀ ਸਰਕਾਰ ਦੇ ਵਿੱਚ ਆਪ ਜਿਹੜੀ ਹੈ ਪਾਰਟੀ ਸਰਜੀਕਲ ਸਟ੍ਰਾਈਕ ਕਰੋ, ਸਪਲਿਟ ਕਰਾਓ, ਉੱਥੇ ਸਪਲਿਟ ਕਰਾਓ, ਉੱਥੇ ਸਪਲਿਟ ਕਰਾ ਕੇ ਉਹਨਾਂ ਬੰਦਿਆਂ ਦੇ ਵਿੱਚੋਂ ਕੋਈ ਕਠਪੁਤਲੀ ਕੱਢ ਲਓ, ਉਹ ਕਠਪੁਤਲੀ ਕੱਢ ਕੇ ਬੀਜੇਪੀ ਵੱਲੋਂ ਹਮਾਇਤ ਦੇ ਦਿੱਤੀ ਸੀ, ਸਰਕਾਰ ਆਪਦੀ ਬਣਾ ਲਓ। ਸਿਰਫ ਤੇ ਸਿਰਫ ਜਿਹੜਾ ਫਤਵਾ ਲੋਕਾਂ ਦਾ ਉਹਨੂੰ ਉਲਟਾਉਣ ਵਾਸਤੇ ਕੀਤਾ ਹੈ। ਇਹਦੇ ਲਈ ਹੁਣ ਕੀ ਕੀਤਾ ਜਾ ਰਿਹਾ? ਇਹਦੇ ਵਿੱਚ ਜਿਹੜੀਆਂ ਫੇਕ ਵੀਡੀਓ ਬਣਾ ਪਾਈਆਂ ਜਾ ਰਹੀਆਂ ਜੀ। ਹੁਣ ਜਿਹੜੇ ਮੰਤਰੀ ਜੀ ਹੈ ਵੀ ਕੀ ਨਾਂ ਇਹਨਾਂ ਦਾ ਹੈਗਾ, ਮੁਰਲੀਧਰਨ ਬੀ ਮੁਰਲੀਧਰਨ ਕਹਿੰਦੇ ਕਿ ਮੈਂ ਸਾਡੇ ਵਰਕਰਾਂ ਨੂੰ ਮਿਲ ਗਿਆ ਸੀ ਜਿਨ੍ਹਾਂ ਦੇ ਨਾਲ ਧੱਕਾ ਮੁੱਕੀ ਹੋਇਆ। ਉੱਥੋਂ ਕਹਿੰਦੇ ਜਿਹੜੇ ਗੁੰਡੇ ਆ ਨਾ TNC ਦੇ, ਤ੍ਰਿਣਮੂਲ ਕਾਂਗਰਸ ਦੇ, ਕਹਿੰਦੇ ਜੀ ਉਹਨਾਂ ਨੇ ਆ ਕੇ ਤੇ ਡੰਡੇ ਲੈ ਕੇ ਤੇ ਪੱਥਰ ਲੈ ਕੇ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰਤਾ। ਮੈਂ ਅੱਜ ਇੱਕ ਵੈਬਸਾਈਟ ਦੇਖ ਰਿਹਾ ਸੀ ਸਵੇਰੇ, ਉਸ ਵੈਬਸਾਈਟ ਦੇ ਉੱਤੇ ਜਿਹੜੀ ਉਹਨਾਂ ਨੇ ਤੱਥ ਖੋਜ ਕੱਢ ਲਈ, ਉਹ ਕਹਿੰਦੇ ਇਹ ਬੰਗਾਲ ਦੀ ਤਾਂ ਜਿਹੜੀ ਹੈਗੀ ਇੱਕ ਤਸਵੀਰ ਹੀ ਹੈ ਨਹੀਂ। ਅੱਛਾ ਜੀ। ਜਿਹੜੀ ਵੀਡੀਓ ਜਾਂ ਤਸਵੀਰ ਉਹਨੇ ਪਾਈ ਟਵੀਟ ਤੇ ਆਪਣੇ ਤੇ ਟਵਿੱਟਰ ਪਾਈ, ਕਹਿੰਦੇ ਸੀ ਤਾਂ ਹੈ ਹੀ ਨਹੀਂ। ਕਿੱਥੋਂ ਦੀ ਹੈ ਉਹ? 10 ਸਾਲ ਪਹਿਲਾਂ ਕਾਂਗੋ ਦੇ ਵਿੱਚ ਖਾਨਾ ਜੰਗੀ ਲੱਗੀ ਹੋਈ ਸੀ। ਅੱਛਾ ਜੀ। ਕਾਂਗੋ ਦੀ ਤਸਵੀਰ ਆ ਕੋਈ ਚੱਕ ਕੇ ਪਾਤੀ ਤੇ ਬੰਗਾਲੀਆਂ ਦੀ ਤੇ ਕਾਂਗੋ ਦੇ ਜਿਹੜੇ ਲੋਕਾਂ ਜਿਹੜੇ ਹੈਗੇ ਆ ਉਹਨਾਂ ਦੀਆਂ ਸ਼ਕਲਾਂ ਸੂਰਤਾਂ ਦੀਆਂ ਰੰਗ ਰੂਪ ਜਿਹੜਾ ਹੈਗਾ ਉਹ ਮਿਲਦਾ ਹੁੰਦਾ ਹੈ। ਵੀ ਉਦੋਂ ਦੀ ਚੱਕ ਕੇ ਪਾਤੀ ਵੀ ਕਿਸੇ ਤਰੀਕੇ ਨਾਲ ਮਮਤਾ ਬੈਨਰਜੀ ਨੂੰ ਬਦਨਾਮ ਕਰਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਆਹ ਦੇਖ ਲਓ। ਹਾਂਜੀ, ਇਹ ਰਵਿੰਦਰਨਾਥ ਪਰ ਨਹੀਂ, ਇਹ ਗੱਲ ਉਹੀ ਹੈ ਨਾ, ਨਹੀਂ ਉਹ ਬੜੀ ਵਧੀਆ ਇੱਕ ਰਵਿੰਦਰਨਾਥ ਟੈਗੋਰ ਨਹੀਂ ਜੀ, ਇਹ ਢਿੱਲੋਂ ਸਾਹਿਬ ਬੜੀ ਖਤਰਨਾਕ ਚੀਜ਼ ਆਪਣੇ ਸ਼ਿਵਿੰਦਰ ਜੀ ਦੱਸ ਕੇ ਗਏ ਸੀ। ਹਾਂਜੀ। ਇੱਕ ਨਾਵਲ ਹੈ, ਨਾਵਲ ਦੇ ਵਿੱਚ ਇੱਕ ਕਿਰਦਾਰ ਸੀ ਜਿਹੜਾ ਮੁਸਲਮਾਨਾਂ ਨੂੰ ਮਾਰਦਾ ਸੀ, ਉਹਦੀ ਸ਼ਕਲ ਸੂਰਤ ਉਵੇਂ ਸੀ, ਉਵੇਂ ਦਾੜੀ ਬੱਧੀ ਸੀ। ਹੁਣ ਮੈਂ ਪੜ੍ਹ ਰਿਹਾ ਸੀਗਾ ਹੁਣੇ ਹੀ, ਮਮਤਾ ਬੈਨਰਜੀ ਕਹਿੰਦੀ ਮੈਨੂੰ ਘੱਟੋ ਘੱਟ ਇਹ ਦੱਸ ਦਿਓ ਕਿ ਜਿਹੜੀ ਵਾਇਲੈਂਸ ਹੋਈ ਸੀ ਉਦੋਂ ਪੁਲਿਸ ਰਿਪੋਰਟ ਕਿਹਨੂੰ ਕਰਦੀ ਸੀ? ਕਹਿੰਦੀ ਉਹ ਤਾਂ ਸਾਨੂੰ ਦੱਸ ਦਿਓ, ਤੁਸੀਂ ਮੇਰੇ ਤੇ ਕਰੀ ਜਾਂਦੇ, ਕਿਹਨੂੰ ਕਰਦੀ ਸੀ? ਬਿਲਕੁਲ ਕਹਿੰਦੀ ਗਵਰਨਰ ਨੂੰ ਕਰਦੀ ਸੀ, ਇਲੈਕਸ਼ਨ ਕਮਿਸ਼ਨ ਨੂੰ ਕਰਦੀ ਸੀ, ਤੁਹਾਨੂੰ ਕਰਦੀ, ਤੁਹਾਡੇ ਮਤਹਿਤ ਸੀ। ਬਿਲਕੁਲ, ਉਹ ਤਾਂ ਪਾਸੇ ਬੈਠੀ ਸੀ। ਉਹਨੂੰ ਤਾਂ ਲਾਂਭੇ ਕੀਤਾ ਹੋਇਆ ਸੀ। ਉਹਦੀ ਤਾਂ ਜਿਹੜਾ ਸਿਕਿਉਰਿਟੀ ਦਾ ਇੰਚਾਰਜ ਸੀ ਉਹ ਵੀ ਵਾਪਸ ਲੈ ਲਿਆ ਸੀ। ਉਹਦੀ ਸਾਰਾ ਕੋਈ ਹੋਰ ਭੇਜਤਾ ਸੀ, ਉਹਨੇ ਇਤਰਾਜ਼ ਕੀਤਾ ਸੀ ਮੇਰਾ ਸਿਕਿਉਰਿਟੀ ਇੰਚਾਰਜ ਵਾਪਸ ਕਿਉਂ ਲਿਆ। ਬਿਲਕੁਲ ਇਹਦਾ ਭੂਮਿਕਾ ਮੰਨੀ ਜਾ ਰਹੀ ਹੈ ਜੀ। ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਸੋ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ ਇੱਥੇ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਅਤੇ ਮੇਰੀ ਗੁਜ਼ਾਰਿਸ਼ ਹੈ ਜੀ, ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲੋ, ਵੱਧ ਤੋਂ ਵੱਧ ਉਸ ਨੂੰ ਫੋਲੋ ਕਰੋ। ਸੋ ਹੁਣ ਮੁਲਾਕਾਤ ਹੋਏਗੀ ਸੋਮਵਾਰ ਨੂੰ। ਸੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਸਾਰੇ ਜਾਣੇ ਤੁਸੀਂ ਤੰਦਰੁਸਤ ਰਹੋ, ਧਿਆਨ ਰੱਖੋ, ਜਿੰਨਾ ਧਿਆਨ ਰੱਖੋਗੇ ਉਨਾ ਹੀ ਚੰਗਾ।